मोड़ और जाएंगे कहाँ मानसा कोई नहीं हफ्ता बस मेला भी आना वो 38 नंबर भी अंदर रख दो यार। और मैं चैन बाजी पीछे बाबा कुलदीप सिंह जी रिटायर्ड डीएसपी नाल साडे बाबा जी है नाल डीएसपी जी रिटायर हुए पढ़े लिखे साडे बाबा जी वगैरह के मालवे दे विच साडे बाबा कुलदीप सिंह जी ने उन्होंने धन्यवाद करते हैं और जिन्हें संस्था साडे पिंडां दे विच आई है असीं इन्हां दा बहुत बहुत धन्यवाद करते हैं। सो मैं संगत नूं बेनती करदा है कि चुपड़ा दान बख्शो साडे बड़े ही सत्कारयोग नगर कौंसल के मीत प्रधान जीतू बांसल जी संगत के दर्शन करने और संगत के अरदास मार्ग के चरणों जेता समुद्र सागर नीर भरिया तेते यमुन हमारे दया करो विच मेहर पाओ डुबदे पत्थर रविदास चमार उस्तत करे हर कीर मनक गाए पतत जात तुम भया चार वरण पे पग हुण गुरु साहिबाना ने गुरु ग्रंथ साहिब विच गुरु रविदास महाराज जी नूं
ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਠਾਕਰ, ਜੇਕਰ ਧਰਤੀ ਤੇ ਠਾਕਰ ਭਗਵਾਨ ਪਰਮਾਤਮਾ ਕੋਈ ਆਇਆ ਤੇ ਉਹ ਆਇਆ ਰਵਿਦਾਸ ਠਾਕਰ। ਕਹਿੰਦੇ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਰੂਪ ਦੇ ਵਿੱਚ ਧਰਤੀ ਤੇ ਆਇਆ ਹੈ। ਅੱਗੇ ਲਿਖਦੇ ਆ ਰਵਿਦਾਸ ਚੰਦਰ ਉਸਤਤ ਕਰੇ ਹਰ ਕੀਰਤ ਨਮਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਣ ਪੈ ਪਾਏ। ਹੁਣੇ ਮਹਾਂਪੁਰਸ਼ਾਂ ਨੇ ਬਾਬਾ ਜੀ ਨੇ ਦੱਸਿਆ ਸੀ ਕਿ ਰਾਜੇ ਮਹਾਰਾਜੇ ਰਾਣੀਆਂ ਮਹਾਰਾਣੀਆਂ ਉਹਨਾਂ ਦੀ ਸੇਵਕ ਬਣੀਆਂ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਚੌਥੇ ਪਾਤਸ਼ਾਹ ਨੇ ਵੀ ਫਰਮਾਨ ਕਰ ਦਿੱਤਾ ਹੈ, ਐਲਾਨ ਕਰ ਦਿੱਤਾ ਹੈ ਕਿ ਜਿਸ ਨੂੰ ਤੁਸੀਂ ਗੁਰੂ ਆਖਦੇ ਹੋ, ਜਿਸ ਨੂੰ ਤੁਸੀਂ ਸਤਿਗੁਰੂ ਆਖਦੇ ਹੋ, ਤੇ ਜਿਸ ਨੂੰ ਅੱਜ ਦੇ ਅਸੀਂ ਕੁਝ ਹੋਰ ਨਾਮਾਂ ਨਾਲ ਪੁਕਾਰਦੇ ਹਾਂ, ਜਿਸ ਤਰ੍ਹਾਂ ਕਿ ਇਹ ਆਪਾਂ ਸਾਹਮਣੇ ਵੇਖਿਆ ਸ਼੍ਰੋਮਣੀ ਭਗਤ ਨਾਮਦੇਵ ਜੀ ਲਿਖਿਆ ਹੈ, ਸ਼੍ਰੀ ਭਗਤ ਕਬੀਰ ਜੀ ਲਿਖਿਆ ਹੈ। ਇਹ ਆਪਾਂ ਅਣਜਾਣੇ ਵਿੱਚ ਲਿਖਿਆ ਹੈ ਕਿਉਂਕਿ ਆਪਾਂ ਨੂੰ ਗਿਆਨ ਨਹੀਂ ਹੈ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਵਿੱਚ ਉਸ ਬਾਣੀ ਵਿੱਚ ਗਿਆਨ ਨਹੀਂ ਹੈ ਕਿ ਇਸ ਦਾ ਮਤਲਬ ਕੀ ਹੈ। ਇਹ ਜੋ ਬਾਣੀ ਫਰਮਾਨ ਕਰ ਰਹੀ ਹੈ ਉਹ ਕੀ ਫਰਮਾਨ ਕਰ ਰਹੀ ਹੈ ਤੇ ਲੋਕ ਕੀ ਕਹਿ ਰਹੇ ਹੈ। ਹੁਣ ਚੌਥੇ ਪਾਤਸ਼ਾਹ ਫਰਮਾਨ ਕਰ ਰਹੇ ਕਿ ਜਿਸ ਨੂੰ ਤੁਸੀਂ ਪਤਤ ਜਾਤ ਆਖ ਰਹੇ ਹੋ, ਛੋਟੀ ਜਾਤ ਆਖ ਰਹੇ ਹੋ, ਜਿਸ ਨੂੰ ਤੁਸੀਂ ਚਮਾਰ ਆਖ ਰਹੇ ਹੋ, ਜੇ ਕੋਈ ਚਾਰੇ ਵਰਨਾਂ ਦਾ ਗੁਰੂ ਹੈ, ਚਾਰ ਵਰਨ ਪੈ ਪਾ ਗਏ। ਗੁਰੂ ਜੀ ਚੌਥੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਜੇ ਕੋਈ ਚਾਰੇ ਵਰਨ ਹਨ ਤੇ ਜੇ ਕੋਈ ਚਾਰੇ ਵਰਨਾਂ ਦਾ ਗੁਰੂ ਹੈ, ਜੇ ਕਿਉਂ ਲਗਾਇਆ, ਜੇ ਕਿਉਂ ਲਗਾਇਆ ਚੌਥੇ ਪਾਤਸ਼ਾਹ ਨੇ, ਕਿਉਂਕਿ ਉਹਨਾਂ ਤੋਂ ਲਗਭਗ 2 ਸਦੀਆਂ ਪਹਿਲਾਂ, ਉਸ ਤੋਂ ਵੀ ਵੱਧ ਸਮਾਂ ਪਹਿਲਾਂ ਧੰਨ ਸਤਿਗੁਰੂ ਕਬੀਰ ਮਹਾਰਾਜ ਜੀ ਫਰਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਦੇ ਦਿੱਤਾ ਹੈ ਕਿ ਕੋਈ ਜਾਤ ਪਾਤ ਨਹੀਂ ਹੈ। ਐ ਬ੍ਰਾਹਮਣ ਜੇਕਰ ਤੇਰੀ ਕੋਈ ਜਾਤ ਉੱਚੀ ਹੁੰਦੀ ਤਾਂ ਤੇਰੇ ਜੰਮਣ ਦਾ ਤਰੀਕਾ ਵੀ ਵੱਖਰਾ ਹੋਣਾ ਸੀ। ਫਿਰ ਚੌਥੇ ਪਾਤਸ਼ਾਹ ਨੇ ਫੈਸਲਾ ਦੇ ਦਿੱਤਾ ਹੈ ਕਿ ਜੇਕਰ ਕੋਈ ਵਰਨ ਅਵਸਥਾ ਹੈ ਤੇ ਚਾਰੇ ਵਰਨ ਹਨ, ਤੇ ਜੇ ਕੋਈ ਚਾਰੇ ਵਰਨਾਂ ਦਾ ਗੁਰੂ ਹੈ ਤੇ ਉਹ ਹੈ ਜਿਸ ਨੂੰ ਤੁਸੀਂ ਪਤਤ ਜਾਤ ਆਖ ਰਹੇ ਹੋ, ਜਿਸ ਨੂੰ ਤੁਸੀਂ ਚਮਿਆਰ ਆਖ ਰਹੇ ਹੋ, ਜਿਸ ਨੂੰ ਤੁਸੀਂ ਚਮਾਰ ਆਖ ਰਹੇ ਹੋ, ਔਰ ਉਹ ਵੀ ਸਧਾਰਨ ਮਨੁੱਖਾਂ ਦਾ, ਸਧਾਰਨ ਲੋਕਾਂ ਦਾ ਗੁਰੂ ਨਹੀਂ ਹੈ। ਉਹ ਰਾਜੇ ਮਹਾਰਾਜੇ ਰਾਣੀਆਂ ਮਹਾਰਾਣੀਆਂ ਦਾ ਗੁਰੂ ਹੈ। ਤੇ ਉਸ ਦਾ ਅੱਜ ਆਪਾਂ ਗੁਰਪੁਰਬ ਜੋ ਹੈ ਉਸ ਨੂੰ ਸਨਮੁਖ ਰੱਖ ਕੇ ਆਪਾਂ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਵਾਸਤੇ ਇਕੱਠੇ ਹੋਏ ਹਾਂ। ਤੁਸੀਂ ਸਾਨੂੰ ਇਤਨੇ ਹਾਰ, ਇਤਨੀ ਫੁੱਲ ਵਰਖਾ ਕੀਤੀ, ਤੇ ਜੇਕਰ ਅਸੀਂ ਤੁਹਾਨੂੰ ਹੁਣ ਕੁਝ ਦੱਸ ਕੇ ਨਾ ਜਾਈਏ, ਸਾਨੂੰ ਵੀ ਕੋਈ ਬਹੁਤ ਜ਼ਿਆਦਾ ਗਿਆਨ ਨਹੀਂ, ਅਸੀਂ ਵੀ ਵਿਦਿਆਰਥੀ ਹਾਂ, ਤੁਹਾਡੇ ਤੋਂ 1-2 ਕਲਾਸਾਂ ਅੱਗੇ ਹੋਵਾਂਗੇ, ਕਿਸੇ ਤੋਂ 1-2 ਕਲਾਸਾਂ ਪਿੱਛੇ ਹੋਵਾਂਗੇ। ਤੁਸੀਂ ਸਾਡੇ ਤੋਂ ਕਈ ਵਿੱਚ ਬੁੱਧੀਜੀਵੀ ਜ਼ਿਆਦਾ ਗਿਆਨ ਰੱਖਦੇ ਹੋਵੋਗੇ, ਪਰ ਕਿਉਂਕਿ ਤੁਸੀਂ ਹੁਣ ਸਾਨੂੰ ਫੀਸ ਵੀ ਦੇ ਦਿੱਤੀ, ਮਾਇਆ ਵੀ ਦੇ ਰਹੇ ਹੋ, ਹਾਰ ਵੀ ਪਾ ਰਹੇ ਹੋ, ਫੁੱਲਾਂ ਦੀ ਵਰਖਾ ਵੀ ਕਰ ਰਹੇ ਹੋ, ਤੇ ਫਿਰ ਸਾਡੀ ਡਿਊਟੀ ਬਣਦੀ ਵੀ ਅਸੀਂ ਵੀ ਕੋਈ ਜਿੰਨਾ ਕੁ ਸਾਨੂੰ ਪਤਾ ਹੈ ਉਹਦੇ ਵਿੱਚੋਂ ਕੁਝ ਨਾ ਕੁਝ ਤੁਹਾਡੇ ਨਾਲ ਸਾਂਝਾ ਕਰਕੇ ਜਾਈਏ। ਉਸ ਰੱਬ ਦੀ ਉਸਤਤ ਕਰੀਏ ਜਿਸ ਨੇ ਧਰਤੀ ਤੇ ਆ ਕੇ ਤੇ ਸਾਨੂੰ ਇਹਦੇ ਕਾਬਲ ਕੀਤਾ ਹੈ। ਤੇ ਹੁਣ ਗੁਰਦਾਸ ਮਹਾਰਾਜ ਜੀ ਨੂੰ ਜੋ ਉਹ ਇਤਨਾ ਵੱਡਾ ਦਰਜਾ ਦੇ ਰਹੇ ਹੈ, ਰੱਬ ਦਾ ਦਰਜਾ ਦੇ ਰਹੇ ਹੈ, ਉਹ ਠਾਕਰ ਕਹਿ ਰਹੇ ਹੈ, ਭਗਵਾਨ ਕਹਿ ਰਹੇ ਹੈ, ਕਿਉਂ ਹੈ ਜੀ ਨਿਰੰਕਾਰ ਕਹਿ ਰਹੇ। ਗੁਰੂ ਗ੍ਰੰਥ ਸਾਹਿਬ ਦੇ ਜਿਤਨੀ ਉਸਤਤ ਕੀਤੀ ਹੈ, ਇੱਕ ਜਗ੍ਹਾ ਤੇ 472 ਅੰਗ ਤੇ ਲਿਖਦੇ ਆ ਬਾਣੀ ਸ਼੍ਰੀ ਰਵਿਦਾਸ ਜੀ ਦੀ। ਕੀ ਲਿਖਿਆ ਹੈ? ਸ਼੍ਰੀ ਵੀ ਲਿਖਿਆ ਹੈ ਤੇ ਜੀਓ ਵੀ ਲਿਖਿਆ ਹੈ। ਅਸੀਂ ਸ਼੍ਰੀ ਵੀ ਚੁੱਕ ਦਿੰਦੇ ਆ, ਗੁਰੂ ਅਰਜਨ ਦੇਵ ਮਹਾਰਾਜ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਦੇ ਆ, ਤੇ ਪਿੱਛੋਂ ਜੀਓ ਵੀ ਚੁੱਕ ਦਿੰਦੇ ਆ, ਇੱਥੋਂ ਤੱਕ ਕਿ ਗੁਰਦਾਸ ਮਹਾਰਾਜ ਦੇ ਨਾਮ ਅੰਗਰੇੜਾ ਲਾ ਕੇ ਬੁਲਾਉਣ ਲੱਗ ਜਾਂਦੇ। ਜਿਤਨੇ ਮਹਾਂਪੁਰਖਾਂ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਕਿਸੇ ਦੇ ਨਾਂ ਨਾਲ ਕਿਸੇ ਨੇ ਐੜਾ ਲਾ ਕੇ ਨਹੀਂ ਪੁਕਾਰਿਆ। ਬੀਬੀ ਜੀ ਕਿਸੇ ਨੇ ਐੜਾ ਲਾ ਕੇ ਨਹੀਂ ਪੁਕਾਰਿਆ, ਲੇਕਿਨ ਅਸੀਂ ਅਣਜਾਣੇ ਬਸ ਗੁਰੂ ਮਹਾਰਾਜ ਦਾ ਨਾਮ ਹੀ ਨਹੀਂ ਢੰਗ ਨਾਲ ਲੈਂਦੇ। ਕਿਉਂ ਨਹੀਂ ਲੈਂਦੇ? ਕਿਉਂਕਿ ਅਸੀਂ ਪੜ੍ਹੇ ਲਿਖੇ ਨਹੀਂ, ਸਾਨੂੰ ਗਿਆਨ ਨਹੀਂ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਜਗ੍ਹਾ ਜਗ੍ਹਾ ਤੇ ਇਤਨੀ ਵੱਡੀ ਉਸਤਤ ਕਰਦੇ ਆ, ਸ਼੍ਰੀ ਵੀ ਲਾਉਂਦੇ, ਜੀਓ ਵੀ ਲਾਉਂਦੇ ਆ, ਤੇ ਫਿਰ ਆਪਾਂ ਕਈ ਵਾਰ ਭਗਤ ਦੇ ਵਿੱਚ ਤੇ ਗੁਰੂ ਦੇ ਵਿੱਚ ਵੀ ਭੁਲੇਖਾ ਖਾ ਜਾਂਦੇ ਆ। ਜਿਵੇਂ ਕਿ ਪ੍ਰਬੰਧਕਾਂ ਦੇ ਉੱਤੇ ਭਗਤ ਲਿਖਿਆ ਗਿਆ। ਹੁਣ ਗੁਰੂ
ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦਰਜ ਕੀਤੀ ਤੇ ਲਿਖਿਆ ਹੈ ਮਹੱਲਾ ਪਹਿਲਾ। ਜਦੋਂ ਦੂਸਰੇ ਮਹਾਨ ਮਹਾਂਗੁਰੂ ਦੀ ਬਾਣੀ ਦਰਜ ਕੀਤੀ ਤੇ ਲਿਖਿਆ ਮਹੱਲਾ ਦੂਜਾ। ਤੀਸਰੇ ਗੁਰੂ ਸਾਹਿਬਾਨ ਦੀ ਮਹੱਲਾ ਤੀਜਾ। ਚੌਥੇ ਗੁਰੂ ਰਾਮਦਾਸ ਮਹਾਰਾਜ ਦੀ ਮਹੱਲਾ ਚੌਥਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਮਹੱਲਾ ਪੰਜਵਾਂ। ਤੇ ਉਸ ਤੋਂ ਬਾਅਦ ਛੇਵੇਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਉਹ ਹੈ ਨੌਵਾਂ ਮਹੱਲਾ ਨੌਵਾਂ। ਗੁਰੂ ਤੇਗ ਬਹਾਦਰ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ, ਲੇਕਿਨ 6 ਦੇ ਅੱਗੇ ਲਿਖਿਆ ਮਹੱਲਾ ਸੰਬੋਧਨ ਕੀਤਾ। ਤੇ ਜਦੋਂ ਗੁਰੂ ਦਾਸ ਮਹਾਰਾਜ ਦੀ ਬਾਣੀ ਦਰਜ ਕਰਦੇ ਹੈ, ਗੁਰੂ ਨਾਮਦੇਵ ਮਹਾਰਾਜ ਦੀ ਬਾਣੀ ਦਰਜ ਕਰਦੇ ਹੈ, ਗੁਰੂ ਕਬੀਰ ਮਹਾਰਾਜ ਦੀ ਬਾਣੀ ਦਰਜ ਕਰਦੇ ਹੈ ਤੇ ਲਿਖਦੇ ਭਗਤ रविदास जी की बाणी, भगत कबीर जी की बाणी। हुण तुसीं ये विचार करो, बहुत सारे पढ़े लिखे विच बैठे है कि महल्ले का अर्थ की है। बाबा जी ने दस्सिया कि उन्होंने कवि कहा, उन्होंने शायर कहा, उन्होंने दास कहा, उन्होंने जो तुसीं ग्रामेटिकली जो तुसीं पंजाबी की व्याकरण किताब लाओगे तो किधरे दास भी लिखे। महल्ले का अर्थ की है दास। भगत का की अर्थ है, जे तुसीं सुखमनी साहब पढ़ते हो या तुसीं गुरु ग्रंथ साहब महाराज की बाणी जो पढ़ते हो उस भगत जो अर्थ लिखते हैं कई शब्दों के लिखे जिन्हों ने उचार दी वो सारे साडे बाणी भी गुरु है ते बाणी उचारण वाले भी गुरु है। किन्हां दे साडे, लेकिन भगत किसते है, दास किसते है, परमात्मा दे। लेकिन असीं अनजाने बस उन्होंने अपने भगत बनाने लग पे, अपने दास बनाने लग पे। कदों जदों असीं अनपढ़ सी, जदों सानूं ज्ञान नहीं सी। जे असीं बजुर्गों वाले थोड़ा जिहा पिछे जाने आ, साडे पिता जी जदों गुरु रविदास महाराज दा आपां नगर कीर्तन कढ़दे हैं या आरंभ करते हैं या शोभा यात्रा आरंभ करते हैं तो की कहते सी, जलूस कट रहे हैं। की कहते सी, मैं आप सुनिया असीं जुलूस कट रहे हैं। अज कोई बच्चा कहता जुलूस कट रहे हैं, सारे कहते शोभा यात्रा। क्यों? क्योंकि सानू पढ़ाई आ गई, सानू पता लग गया जुलूस जिहड़ा शब्द है ये सत्कारयोग नहीं। हुण गुरु रविदास महाराज जी ने सानू कुछ सर्टन चीज़ां करने वास्ते कहा। गुरु नामदेव महाराज का स्वरूप लग्या सब तो पहला। गुरु नामदेव महाराज ने 12वीं सदी में बाणी उचारण की ते धन धन श्री गुरु ग्रंथ साहिब दर्ज कदों की? गुरु अर्जन देव महाराज जी ने। ते किसी ने तो 12वीं सदी तो वो बाणी संभाल के रखी सी। ते जे उस तो बाद गुरु रविदास महाराज जी आए, तो बाद गुरु कबीर महाराज जी आए, दर्जा बदर्जा होर गुरु साहिबान आए ते उन्हां दी बाणी दर्जा बदर्जा अगे सांभी गई, तां ही पंजवें पातशाह ने उस नूं अगे दर्ज किया। इसका मतलब की है कि गुरु नानक देव महाराज तो पहला भी बाणी सी, पहला भी ये भगती लैन भाव के एक क्रांति की लहर चल रही सी। सतगुरु नामदेव महाराज जी की फरमान कर रहे हैं, साप कुछ छोड़े, बिख नहीं छाड़े। गुरु नामदेव जी का स्वरूप लग्या की कह रहे 12वीं सदी में कहते सप है, सप कुछ छड़ दिंदा, अपनी कुछ ला दिंदा, लेकिन बिख नहीं छाड़े, जहर नहीं छड़दा। ते उस समय जिहड़ा साडे आ कपड़े बदल के जिहड़ा पांडा है वो जदों साडे मनुख दे नाल वो इस तरह का दुर्व्यवहार कर रहा है, इस तरह का अत्याचार कर रहा है, इस तरह का अणमनुखी वतीरा कर रहा है, तो गुरु नामदेव जी उस समय कह रहे हैं कि आ कपड़े बदल के तै पहरावा तो बदल लिया है, पंडे तै पहरावा तो बदल लिया, पर तै अंदरों तृष्णा नहीं छड्डी, अंदरों तेरा मोह पैसे बल रही है, माया बल रही है, दूसरे के हक हकूक नूं लुटण दा ही है। ते माफ करना, अज वो पंडा साडे रूप च भी आ गया, असीं भी वो कुछ कर रहे हैं, साडे कोल भी वो गलतियां हो गई, असीं तरह तरह के किधरे ना किधरे इस षड्यंत्र के शिकार हो रहे हैं। क्यों हो रहे हैं? क्योंकि असीं गुरुदास महाराज की गल नूं नहीं मन्निया।
ਅਸੀਂ ਗੁਰੂ ਕਬੀਰ ਮਹਾਰਾਜ ਦੀ ਗੱਲ ਨੂੰ ਨਹੀਂ ਮੰਨਿਆ, ਅਸੀਂ ਗੁਰੂ ਨਾਮਦੇਵ ਮਹਾਰਾਜ ਦੀ ਗੱਲ ਨੂੰ ਨਹੀਂ ਮੰਨਿਆ, ਅਸੀਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਲ ਨੂੰ ਨਹੀਂ ਮੰਨਿਆ, ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਪਰ ਉਸ ਨੂੰ ਮੰਨਿਆ ਨਹੀਂ। ਕਿਵੇਂ? ਹੁਣ ਜਦੋਂ ਗੁਰਦਾਸ ਮਹਾਰਾਜ ਨੂੰ ਏਡੀ ਵੱਡੀ ਉੱਚੀ ਪਦਵੀ ਦਿੱਤੀ ਜਾ ਰਹੀ ਹੈ ਤੇ ਉਹ ਫਿਰ ਕਿਉਂ? ਸਵਾਲ ਉੱਠਿਆ ਕਿਉਂ ਕਿ ਬੀਬੀਆਂ ਬੈਠੀਆਂ। ਤੁਸੀਂ ਗੂਗਲ ਤੇ ਜਾਓ, ਅੱਜ ਗੂਗਲ ਮੋਬਾਈਲ ਤੁਹਾਡੇ ਸਾਰਿਆਂ ਕੋਲ ਹੈ, ਉਸ ਨੂੰ ਚੰਗੇ ਕੰਮ ਵਾਸਤੇ ਵਰਤੋ। ਉਸ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਦੋਂ ਅਵਤਾਰ ਧਾਰਨ ਕੀਤਾ ਉਸ ਸਮੇਂ ਤੱਕ ਪੂਰੀ ਦੁਨੀਆ ਦੀ ਜਿਹੜੀ ਔਰਤ ਸੀ ਉਹ ਗੁਲਾਮ ਸੀ। ਗੂਗਲ ਤੇ ਜਾਓ, ਗੁਰੂ ਰਵਿਦਾਸ ਮਹਾਰਾਜ ਤੋਂ ਅਵਤਾਰ ਧਾਰਨ ਤੋਂ ਪਹਿਲਾਂ ਪੂਰੀ ਦੁਨੀਆ ਦੀ ਔਰਤ ਗੁਲਾਮ ਸੀ। ਅੱਜ ਕਈ ਦੇਸ਼ਾਂ ਵਿੱਚ ਅੱਜ ਵੀ ਗੁਲਾਮ ਹੈ। ਜੇ ਆਪਾਂ ਕਹੀਏ ਕਿ ਅੱਜ ਸਾਰੇ ਦੇਸ਼ਾਂ ਵਿੱਚ ਔਰਤ ਆਜ਼ਾਦ ਹੋ ਗਈ ਹੈ, ਨਹੀਂ, ਅੱਜ ਵੀ ਘਰੋਂ ਬਾਹਰ ਨਿਕਲਣ ਦਾ ਹੁਕਮ ਨਹੀਂ, ਅੱਜ ਵੀ ਬੁਰਕਾ ਹੈ, ਅੱਜ ਵੀ ਇਸ ਤਰ੍ਹਾਂ ਸਟੇਜ ਤੇ ਬਹਿ ਕੇ ਬਹੁਤ ਸਾਰੀਆਂ ਜਗ੍ਹਾ ਹੈ ਕਿ ਉਹ ਕੀਰਤਨ ਨਹੀਂ ਕਰ ਸਕਦੀਆਂ, ਸਤਸੰਗ ਨਹੀਂ ਕਰ ਸਕਦੀਆਂ, ਭਾਵੇਂ ਬਰਾਬਰ ਦਾ ਦਰਜਾ ਨਹੀਂ। ਕਿਉਂ? ਦੋਵੇਂ ਸਵਾਲ ਉੱਠਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਤਨਾ ਵੱਡਾ ਮਹਾਨ ਦਰਜਾ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਔਰ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਉਚਾਰਨ ਕਰਕੇ ਦਿੱਤਾ ਹੈ। ਅਕਸਰ ਕੋਈ ਗੱਲ ਤੇ ਹੋਏਗੀ, ਕੀ ਗੱਲ ਸੀ? ਆਪਾਂ ਇੱਕੋ ਵਿਚਾਰ ਕਰੀਏ। ਅੱਜ ਔਰਤਾਂ ਦੇ ਪੱਖ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇਸਤਰੀ ਦੇ ਪੱਖ ਵਿੱਚ ਗੁਰੂ ਦਾਸ ਮਹਾਰਾਜ ਜੀ ਨੇ ਜਦੋਂ ਤੱਕਿਆ ਕਿ ਮਨੁੱਖ ਦੇ ਨਾਲ ਆਪਾਂ ਦੇਖਦੇ ਹਾਂ ਕਿ ਜੇਕਰ ਬਾਬਾ ਜੀ ਸੰਤ ਬਾਬਾ ਗੁਰਬਖਸ਼ ਦਾਸ ਜੀ ਨੇ ਦੱਸਿਆ ਕਿ ਅਤਿਆਚਾਰ ਤਰ੍ਹਾਂ ਦਾ ਹੁੰਦੇ ਸੀ, ਕੀ ਸੀ? ਇਹਨਾਂ ਨੇ ਆਪਾਂ ਨੂੰ ਦੱਸਿਆ ਕਿ ਪਾਠ ਪੂਜਾ ਕਰਨ ਦਾ ਸੁਣਨ ਦਾ ਅਧਿਕਾਰ ਨਹੀਂ ਸੀ। ਲੇਕਿਨ ਮਨੁੱਖ ਨੂੰ ਕੀ ਅਤਿਆਚਾਰ ਸੀ? ਆਦਮੀ ਦੇ ਉੱਤੇ ਕੀ ਅਤਿਆਚਾਰ ਸੀ? ਜਾਂ ਉਹਦੇ ਕੰਨਾਂ ਦੇ ਵਿੱਚ ਸਿੱਕਾ ਪਾ ਦੇਣਾ ਜਾਂ ਜੀਭ ਕੱਟ ਦੇਣੀ। ਲੇਕਿਨ ਗੁਰਦਾਸ ਮਹਾਰਾਜ ਜੀ ਨੇ ਤੱਕਿਆ ਕਿ ਔਰਤ ਨਾਲ ਤਾਂ ਅਤਿਆਚਾਰ ਕਰਨ ਵੇਲੇ ਹੱਦ ਬੰਨੇ ਹੀ ਟੱਪ ਗਏ। ਕੀ ਕੀਤਾ ਹੈ? ਜਿਉਂਦੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ, ਜਿਉਂਦੀ ਨੂੰ। ਤੇ ਪ੍ਰਥਾ ਕਿਹੜੀ ਬਣਾ ਲਈ? ਸਤੀ ਪ੍ਰਥਾ। ਹੁਣ ਸਤੀ ਪ੍ਰਥਾ ਦੇ ਨਾਂ ਤੇ ਔਰਤ ਨੂੰ ਜਿਉਂਦੀ ਨੂੰ ਸਾੜਿਆ ਜਾ ਰਿਹਾ। ਤੇ ਗੁਰਦਾਸ ਮਹਾਰਾਜ ਜੀ ਨੇ ਔਰਤ ਦੇ ਹੱਕ ਦੇ ਵਿੱਚ ਅੰਦੋਲਨ ਆਰੰਭ ਦਿੱਤਾ, ਗੁਰਬਾਣੀ ਉਚਾਰਨ ਕਰ ਦਿੱਤੀ। ਹੁਣ ਜਦੋਂ ਇਹ ਆਰੰਭ ਕੀਤਾ ਅੰਦੋਲਨ, ਉਸ ਸਮੇਂ ਆਮ ਵਿਅਕਤੀ ਕੀ ਕਹਿ ਰਿਹਾ ਸਨ? ਜੋ ਧਰਮ ਦੇ ਆਗੂ ਸਨ, ਸ਼ੂਦਰ, ਢੋਰ, ਗਵਾਰ, ਨਾਰੀ, ਇਹ ਸਭ ਤਾੜਨ ਲੱਗੇ ਅਧਿਕਾਰੀ। ਤੇ ਗੁਰਦਾਸ ਮਹਾਰਾਜ ਜੀ ਦੇ ਵਿਪਰੀਤ ਹੋ ਗਏ, ਜੇ ਉਲਟ ਹੋ ਕੇ ਔਰਤ ਦੇ ਹੱਕ ਵਿੱਚ ਖੜ ਗਏ। ਤੇ ਲਗਭਗ ਗੁਰਦਾਸ ਮਹਾਰਾਜ ਤੋਂ 91 ਸਾਲ ਬਾਅਦ, ਗੁਰਦਾਸ ਮਹਾਰਾਜ ਦੇ ਅਵਤਾਰ ਧਾਰਨ ਤੋਂ ਲਗਭਗ 91 ਸਾਲ ਬਾਅਦ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਜਦੋਂ ਉਹ ਵੱਡੇ ਹੋਏ ਹੈ, ਆਪਾਂ ਫੋਟੋ ਵੇਖ ਰਹੇ ਹਾਂ, ਲਿਖਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਰਵਿਦਾਸ ਜੀ ਨੂੰ, ਗੁਰੂ ਕਬੀਰ ਜੀ ਨੂੰ, ਗੁਰੂ ਸਧਨਾ ਜੀ ਨੂੰ, ਗੁਰੂ ਸਾਹਿਬ ਜੀ ਨੂੰ ਭੋਜਨ ਕਰਵਾਇਆ। ਚਲੋ ਆਪਾਂ ਨੂੰ ਇਹ ਤਾਂ ਪਤਾ ਲੱਗਿਆ ਮਿਲਣੀ ਹੋਈ ਹੈ, ਇਹਦੇ ਤੋਂ ਇਹ ਤਾਂ ਸਿੱਧ ਹੋ ਗਿਆ ਕਿ ਗੋਸ਼ਟੀ ਹੋਈ ਹੈ, ਲੰਗਰ ਛਕਾਇਆ, ਕੁਝ ਗੱਲਾਂ ਵੀ ਹੋਈਆਂ ਹੋਣਗੀਆਂ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਤੱਕਿਆ ਕਿ ਜੇਕਰ ਇਸਤਰੀ ਦੇ ਹੱਕ ਵਿੱਚ ਗੁਰਦਾਸ ਮਹਾਰਾਜ ਜੀ ਨੇ ਅੰਦੋਲਨ ਆਰੰਭ ਕੀਤਾ ਹੋਇਆ ਹੈ, ਕ੍ਰਾਂਤੀਕਾਰੀ ਬਾਣੀ ਦੀ ਗੱਲ ਹੋ ਰਹੀ ਹੈ, ਤੇ ਉਹਨਾਂ ਨੇ ਵੀ ਗੁਰਦਾਸ ਮਹਾਰਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਾਣੀ ਉਚਾਰਨ ਕਰ ਦਿੱਤੀ। ਹੁਣ ਬੀਬੀਆਂ ਨੂੰ ਪਤਾ ਹੋਣਾ ਚਾਹੀਦਾ ਉਹ ਕਿਹੜੀ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਹਾਡੇ ਹੱਕ ਵਿੱਚ ਉਚਾਰੀ, ਕੋਈ ਦੱਸ ਸਕਦੀ ਹੈ? ਸੋ ਕਿਉ ਬੰਦਾ ਆਖੀ ਹੈ ਜਿੱਤ ਜੰਮੇ। ਹੁਣ ਗੁਰੂ ਜੀ ਨੇ ਕਿਹਾ ਕਿ ਜਿਹੜੀ ਔਰਤ ਰਾਜੇ ਮਹਾਰਾਜਿਆਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਪੈਗੰਬਰਾਂ ਨੂੰ ਜਨਮ ਦਿੰਦੀ ਹੈ, ਉਸ ਦੇ ਨਾਲ ਇਹ ਸਲੂਕ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੋਵੇਂ ਮਹਾਂਪੁਰਖਾਂ ਦੀ ਇਹ ਤੁਰਕੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ। ਦੇਸ਼ ਆਜ਼ਾਦ ਹੋਇਆ, ਦੇਸ਼ ਨੂੰ ਸੰਵਿਧਾਨ ਦੀ ਲੋੜ ਪਈ, ਤੇ ਜਿਹੜੇ ਮੌਕੇ ਦੇ ਹਾਕਮ ਸੀ ਨਾ, ਉਹ ਵਿਦੇਸ਼ਾਂ ਵਿੱਚ ਗਏ। ਕੀ ਕਰਨ ਵਾਸਤੇ ਗਏ? ਕਿ ਅਸੀਂ ਆਪਣਾ ਸੰਵਿਧਾਨ ਲਿਖਾ ਲਈਏ, ਦੇਸ਼ ਆਜ਼ਾਦ ਹੋ ਗਿਆ, ਦੇਸ਼ ਆਜ਼ਾਦ ਹੋ ਗਿਆ, ਦੇਸ਼ ਨੂੰ ਸੰਵਿਧਾਨ ਦੀ ਲੋੜ ਹੈ। ਤੇ ਉਹ ਵਿਦੇਸ਼ਾਂ ਵਾਲਿਆਂ ਨੇ ਕੀ ਕਿਹਾ ਕਿ ਅਸੀਂ ਤਾਂ ਭਾਰਤ ਦੇ ਦੇਸ਼ ਦੀਆਂ ਉਹ ਸਾਰੀਆਂ ਭਾਸ਼ਾ ਵੀ ਨਹੀਂ ਜਾਣਦੇ, ਤੇ ਸੰਵਿਧਾਨ ਕਿਵੇਂ ਲਿਖਾਂਗੇ? ਭਾਸ਼ਾ ਤਾਂ ਹੁਣ ਤੁਹਾਨੂੰ ਵੀ ਸਮਝ ਆਉਣੀ ਚਾਹੀਦੀ, ਮੈਨੂੰ ਵੀ ਆਉਣੀ ਚਾਹੀਦੀ ਹੈ। ਇਹਦੇ ਤੇ ਲਿਖਿਆ ਹੋਇਆ ਹੈ 10 ਰੁਪਏ 10 ਰੁਪਏ 10 ਰੁਪਏ। ਇਹ ਕਿੰਨੀਆਂ ਭਾਸ਼ਾ 'ਚ ਲਿਖਿਆ? ਆਪਾਂ ਕੋਈ ਵੀ ਭਾਰਤ ਦਾ ਵਿਅਕਤੀ ਇਹ ਸਾਰੇ 10 ਰੁਪਏ 10 ਰੁਪਏ ਨਹੀਂ ਪੜ੍ਹ ਸਕਦਾ। ਆਪਣੇ ਅਜੇ ਤੱਕ ਕੋਈ ਬੰਦਾ ਇਦਾਂ ਦਾ ਨਹੀਂ ਹੋਇਆ ਜਿਸ ਨੂੰ ਸਾਰੀਆਂ ਭਾਸ਼ਾ ਆਉਂਦੀਆਂ ਹੋਣ। ਇਸ ਟਾਈਮ ਨਹੀਂ ਹੈ ਸਾਡੇ ਕੋਲ। ਤੇ ਉਹਨਾਂ ਨੇ ਸਲਾਹ ਦਿੱਤੀ ਕਿ ਇਹ ਇੱਕ ਵਿਅਕਤੀ ਹੀ
ਤੁਹਾਡਾ ਸੰਵਿਧਾਨ ਲਿਖ ਸਕਦਾ ਹੈ, ਜਿਸ ਨੂੰ ਇਹ ਸਾਰੀਆਂ ਭਾਸ਼ਾ ਵੀ ਆਉਂਦੀਆਂ ਉਹ ਹੈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ। ਤੇ ਉਹ ਆਗੂਆਂ ਦੀ ਟੋਲੀ, ਉਹ ਆਗੂਆਂ ਦੀ ਕਮੇਟੀ ਫਿਰ ਬਾਬਾ ਸਾਹਿਬ ਕੋਲ ਆਈ। ਬਾਬਾ ਸਾਹਿਬ ਨੂੰ ਬੇਨਤੀ ਕੀਤੀ, ਉਹਨਾਂ ਨੇ ਸੰਵਿਧਾਨ ਲਿਖਣਾ ਪ੍ਰਵਾਨ ਕਰ ਲਿਆ। ਤੇ ਜਦੋਂ ਵਾਰੀ ਆਈ ਬੀਬੀਆਂ ਦੀ, ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਕਲਮ ਦੇ ਨਾਲ ਲਿਖ ਦਿੱਤਾ ਹੈ, ਔਰਤ ਮਰਦ ਦੇ ਬਰਾਬਰ। ਹੁਣ ਤੁਸੀਂ ਦੱਸੋ ਕਿ ਅਸੀਂ ਸੰਵਿਧਾਨ ਵਿੱਚ ਵੀ ਲਿਖਾ ਲਿਆ, ਗੁਰੂ ਦਾਸ ਮਹਾਰਾਜ ਨੇ ਵੀ ਅੰਦੋਲਨ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਨੇ ਅੰਦੋਲਨ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ, ਰੋਜ਼ ਸੁਖਮਨੀ ਸਾਹਿਬ, ਅਖੰਡ ਪਾਠ ਸਾਹਿਬ ਦੇ ਆਪਾਂ ਕਿਤਨਾ ਕੀਰਤਨ ਵਿਚਾਰਾਂ ਹੁੰਦੀਆਂ। ਤੇ ਕੀ ਔਰਤ ਨੂੰ ਘਰ ਦੇ ਵਿੱਚ ਦਾ ਦਰਜਾ ਮਿਲ ਗਿਆ ਕਿ ਇਹ ਮੇਰੀ ਮਾਂ ਹੈ, ਮੇਰੀ ਧੀ ਹੈ, ਮੇਰੀ ਭੈਣ ਹੈ, ਮੇਰੀ ਭੂਆ ਹੈ, ਆਦਿ ਰਿਸ਼ਤਿਆਂ ਨਾਲ ਘਰੇ ਤਾਂ ਹੈ। ਲੇਕਿਨ ਇਹੀ ਕਿਧਰੇ ਸਾਡੀ ਧੀ ਭੈਣ ਕੱਲੀ ਹੀ 50 ਕਿਲੋਮੀਟਰ ਚਲੀ ਜਾਵੇ ਤੇ ਮਨੁੱਖ ਕੀ ਕਰਦਾ ਉਹਦੇ ਨਾਲ? ਕਦੇ ਉਹਦੀਆਂ ਮੁਰਗੀਆਂ ਖੋਹ ਕੇ ਭੱਜੇਗਾ, ਕਦੇ ਉਹਦੇ ਚੇਨੀ ਖਰਚੇਗਾ, ਕਿਤੇ ਉਹਦੇ ਕੱਪੜੇ ਪਾੜੇਗਾ, ਕਿਤੇ ਉਹਦੀ ਇੱਜ਼ਤ ਨਾਲ ਬਰਬਾਦ ਕਰੇਗਾ। ਕੀ ਇਸ ਮਨੁੱਖ ਨੇ ਗੁਰੂ ਦਾਸ ਮਹਾਰਾਜ ਨੂੰ ਮੰਨਿਆ? ਕੀ ਇਸ ਮਨੁੱਖ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਿਆ? ਕੀ ਇਸ ਮਨੁੱਖ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਿਆ? ਕੀ ਇਸ ਮਨੁੱਖ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸਤਿਕਾਰ ਦਿੱਤਾ, ਮੰਨਿਆ? ਕੀ ਇਸ ਮਨੁੱਖ ਨੇ ਭਾਰਤ ਦਾ ਸੰਵਿਧਾਨ ਬਣਿਆ ਉਸ ਨੂੰ ਮੰਨਿਆ? ਨਹੀਂ। ਕਾਰਨ ਫਿਰ ਇਹ ਹੁੰਦਾ ਹੈ, ਗਲਤੀ ਕਿੱਥੇ ਰਹਿ ਗਈ? ਨਾਪ ਲਓ, ਤੁਹਾਡੇ ਕੋਲ ਕਿੰਨੀ ਵਿਦਿਆ, ਕਿਤਨਾ ਗਿਆਨ ਹੈ। ਇਹ ਬੁੱਧੀ ਨੂੰ ਜੇ ਨਾਪਣਾ ਹੈ ਤਾਂ ਗੁਰੂ ਦਾਸ ਮਹਾਰਾਜ ਕਹਿੰਦੇ ਆਓ ਮੈਂ ਦੱਸਦਾ ਕਿਵੇਂ ਨਾਪਣਾ ਹੈ। ਹੁਣੇ ਆਪਾਂ ਨੂੰ ਪਤਾ ਲੱਗਿਆ ਕਿ ਬਾਘੇ ਪੁਰਾਣੇ ਤੋਂ ਸੰਤ ਜਗਤਾਰ ਸਿੰਘ ਜੀ ਆਏ। ਜੇਕਰ ਬਾਘੇ ਪੁਰਾਣੇ ਨੂੰ ਗਿਣਤੀ ਕਰਨਾ ਹੋਵੇ ਤੇ ਆਪਾਂ ਕਹਾਂਗੇ 40-45 ਕਿਲੋਮੀਟਰ ਹੈ, 50 ਕਿਲੋਮੀਟਰ ਹੈ। ਦੂਰੀ ਕਿਸ ਵਿੱਚ ਨਾਪੀ ਗਈ? ਕਿਲੋਮੀਟਰ ਨਾਪੀ ਗਈ। ਹੁਣ ਦੁੱਧ ਆਇਆ ਹੋਏਗਾ, ਦੁੱਧ ਕਿਸ ਵਿੱਚ ਨਾਪਦੇ ਆ? ਗੁਰੂ ਜੀ ਦੱਸਦੇ ਕਿ ਲੀਟਰਾਂ 'ਚ ਨਾਪ ਲਿਆ, ਅਨਾਜ ਕਿਲੋਗ੍ਰਾਮਾਂ 'ਚ ਕਰ ਲਿਆ। ਕਿਤਨਾ ਪ੍ਰਕਾਸ਼ ਕਰਦਾ? ਬਿਲਕੁਲ ਪ੍ਰਕਾਸ਼ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਦਾਸ ਨੇ ਫਰਮਾਨ ਕਰਦੇ, ਜੇਕਰ ਤੁਸੀਂ ਵਿਦਿਆ ਪ੍ਰਾਪਤ ਨਹੀਂ ਕਰਦੇ ਤਾਂ ਤੁਸੀਂ ਬਿਲਕੁਲ ਅਗਿਆਨੀ ਹੋ, ਸੰਦੇਹ ਹੋ। ਤੇ ਫੈਸਲਾ ਕੀ ਹੋਇਆ ਕਿ ਅਸੀਂ ਵਿਦਿਆ ਲੈਣੀ ਹੈ। ਹੁਣ ਵਿਦਿਆ ਪਹਿਲੀ ਵਿਦਿਆ ਕਿਹੜੀ ਹੈ? ਉਹ ਸਕੂਲੀ ਵਿਦਿਆ, ਅਧਿਆਪਕ ਸੈਕੰਡਰੀ। ਬੱਚਾ ਜਦੋਂ ਆਏਗਾ ਪਹਿਲਾਂ ਸਕੂਲ ਵਿੱਚ ਆਏਗਾ। ਅਸੀਂ ਸਕੂਲ ਵਿੱਚ ਗਏ ਨਹੀਂ। ਅਸੀਂ ਜੇਕਰ ਡਾਕਟਰ ਕਿਸੇ ਨੇ ਬਣਨਾ ਹੈ ਤਾਂ ਉਸ ਨੂੰ ਪਹਿਲਾਂ +2 ਕਰਨੀ ਬਹੁਤ ਜ਼ਰੂਰੀ ਹੈ। ਜਿਸ ਨੇ +2 ਨਹੀਂ ਕੀਤੀ ਉਹ MBBS ਦੇ ਐਗਜ਼ਾਮ ਦੇ ਵਿੱਚ, ਇਮਤਿਹਾਨ ਵਿੱਚ ਬੈਠਣ ਦੇ ਕਾਬਿਲ ਨਹੀਂ। ਤੇ ਆਪਾਂ ਕੀ ਕੀਤਾ? ਆਪਾਂ ਕੀ ਕਰ ਰਹੇ ਹਾਂ? ਮੇਰੀਆਂ ਵੀ ਦੋ ਬੇਟੀਆਂ, ਅਸੀਂ ਕੀ ਕਰ ਰਹੇ ਹਾਂ? ਬੇਟੀ ਹੈ, ਬੇਟੀ ਨੂੰ ਪੜਾਉਣ ਦੀ ਬਜਾਏ ਘਰੇ ਜੰਮ ਪਈ ਉਹਦਾ ਦਾਜ ਜੋੜਨ ਲੱਗ ਪਏ। ਕੀ ਜੋੜ ਰਹੇ ਆ? ਪੱਖੀ ਲੈ ਰਹੇ ਆ, ਮੰਜਾ ਲੈ ਰਹੇ ਆ, ਚਾਦਰ ਲੈ ਰਹੇ ਆ। ਲੇਕਿਨ ਗੁਰੂ ਦਾਸ ਮਹਾਰਾਜ ਨੇ ਦਾਜ ਕਿਸੇ ਹੋਰ ਦੀ ਗੱਲ ਕੀਤੀ, ਅਸੀਂ ਦਾਜ ਕੋਈ ਹੋਰ ਦੇਣ ਲੱਗ ਪਏ। ਹੁਣ ਗੁਰੂ ਦਾਸ ਮਹਾਰਾਜ ਫਿਰ ਕੀ ਹੋਇਆ? ਮਾਫ ਕਰਨਾ, ਤੁਸੀਂ ਦੇਖਿਆ ਹੋਏਗਾ ਥੋੜਾ ਜਿਹਾ ਪਹਿਲਾਂ ਸੱਸ ਵੀ ਅਨਪੜ੍ਹ ਤੇ ਨੂੰਹ ਜਿਹੜੀ ਆਈ ਉਹ ਵੀ ਅਨਪੜ੍ਹ ਸੀ ਤੇ ਉਹ ਮਾਵਾਂ ਦੀਆਂ। ਲੇਕਿਨ ਅਨਪੜ੍ਹਤਾ ਨੇ ਕੀ ਕੀਤਾ? ਪੇਕਿਆਂ ਨੇ ਟੈਲੀਵਿਜ਼ਨ ਦੇ ਦਿੱਤਾ, ਨਵੇਂ ਟੈਲੀਵਿਜ਼ਨ ਚੱਲੇ ਸੀ। ਹੁਣ ਟੈਲੀਵਿਜ਼ਨ ਦਿੱਤਾ, ਸੱਸ ਲੱਗੀ ਲਾਉਣ ਨੋ, ਕਹਿੰਦੀ ਇਹ ਹੱਥ ਨਾ ਲਾਈਏ ਤਾਂ ਮੇਰੇ ਪੇਕਿਆਂ ਦਾ ਕਲੇਸ਼ ਪੈ ਗਿਆ। ਉਸ ਪਦਾਰਥ ਨੇ ਘਰ ਦੇ ਵਿੱਚ ਕਲੇਸ਼ ਪਾ ਦਿੱਤਾ। ਔਰ ਕਈ ਵਾਰ ਉਹ ਗੱਲ ਅਦਾਲਤਾਂ ਤੱਕ ਚਲੇ ਗਈ। ਕਿਉਂ? ਕਿਉਂਕਿ ਅਨਪੜ੍ਹ ਸੀ, ਐਜੂਕੇਸ਼ਨ ਨਹੀਂ ਸੀ। ਅਸੀਂ ਕੀ ਕਰਨਾ? ਜੇ ਆਪਾਂ ਸਤਸੰਗ ਵਿੱਚ ਆਉਂਦੇ ਹਾਂ, ਜੇ ਅਸੀਂ ਗੁਰੂ ਦਾਸ ਮਹਾਰਾਜ ਦੀ ਗੱਲ ਕਰਦੇ ਹਾਂ, ਜੇ ਅਸੀਂ ਗੁਰੂ ਕਬੀਰ ਮਹਾਰਾਜ ਦੀ ਗੱਲ ਕਰਦੇ ਹਾਂ, ਤੇ ਗੁਰੂ ਨਾਨਕ ਦੇਵ ਜੀ ਨੇ 12ਵੀਂ ਸਦੀ ਵਿੱਚ ਕਿਹਾ ਕਿ ਬਾਹਰ ਸਤਵਾਂ ਕੁਝ ਨਹੀਂ ਬਦਲਣੀ ਤੇ ਅੰਦਰ ਇਹ ਰੱਖਣਾ, ਇਹ ਠੀਕ ਨਹੀਂ। ਫਿਰ ਕਹਿੰਦੇ ਸਾਥ ਕੁਝ ਛਾੜੇ ਛੋੜੇ ਪਿੱਖ ਨਹੀਂ ਛਾੜੇ, ਉਦਕ ਮਾਹੇ ਬੱਗ ਧਿਆਨ ਮਾੜੇ। ਹੁਣ ਮੇਰੇ ਹੱਥ 'ਚ ਮਾਲਾ ਹੈ ਤੇ ਗੁਰਬਾਣੀ ਗੀਤ ਕਹਿੰਦੇ ਗੁਰੂ ਕਬੀਰ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ, ਉਦਕ ਮਾਹੇ, ਉਦਕ ਹੁੰਦਾ ਪਾਣੀ, ਮਾਹੇ ਵਿੱਚ ਕਹਿੰਦੇ ਪਾਣੀ ਦੇ ਵਿੱਚ ਬੱਗ ਬਗਲਾ ਧਿਆਨ ਮਾਂਡੇ। ਕਹਿੰਦੇ ਟਿਕੀ ਲਾ ਕੇ ਏਦਾਂ ਖੜਾ ਕਹਿੰਦੇ ਅਸੀਂ ਵੀ ਵਿੱਚ ਆਪਾਂ ਨੂੰ ਸਾਰਿਆਂ ਨੂੰ ਅੰਦਰੋਂ ਹੀ ਇਸੇ ਤਰ੍ਹਾਂ ਦੇ ਹੋਣੇ ਚਾਹੀਦੇ। ਅੰਦਰੋਂ ਜਦੋਂ ਤੱਕ ਅਸੀਂ ਨਹੀਂ ਬਦਲਾਂਗੇ, ਅੰਦਰੋਂ ਅਸੀਂ ਉਸ ਸ਼ੇਰ ਦੀ ਤਰ੍ਹਾਂ ਹੈ। ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਕਰਦੇ ਕਿ ਸ਼ੇਰ ਸਿੰਘ ਕਹਿੰਦਾ ਸਿੰਘ ਚ ਉਹਦੀ ਕੀ ਕਰਦਾ? ਕਹਿੰਦੇ ਜਦੋਂ ਦੇਖਦਾ ਝਪੱਟੀ ਮਾਰਦਾ ਤੇ ਉਹ
ਸ਼ਿਕਾਰ ਕਰ ਲੈਂਦਾ ਹੈ। ਇਸੇ ਤਰ੍ਹਾਂ ਅਸੀਂ ਕੀ ਕਰ ਰਹੇ ਹਾਂ, ਅਸੀਂ ਦੂਸਰਿਆਂ ਦੇ ਹੱਕ ਉੱਤੇ ਝਪੱਟੀ ਮਾਰ ਕੇ ਅਸੀਂ ਆਪਣਾ ਨੂੰ ਧਰਮ ਬਣਾ ਲਿਆ ਕਿ ਸਾਡਾ ਧਰਮ ਹੈ। ਇੰਨੀ ਕੁ ਲੁੱਟ ਕਰਨੀ ਤਾਂ ਸਾਡਾ ਇਹ ਧਰਮ ਬਣ ਗਿਆ। ਇਸ ਕਰਕੇ ਜੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਦੇ ਆ ਕਿ ਉਹਨਾਂ ਦੀ ਗੱਲ ਉਸ ਨੂੰ ਮੰਨੀਏ ਕਿ ਬਾਹਰੋਂ ਪਹਿਰਾਵਾ ਅਸੀਂ ਬਦਲਿਆ ਤੇ ਸਾਡੇ ਅੰਦਰੋਂ ਵੀ ਬਦਲ ਜਾਣਾ ਚਾਹੀਦਾ ਹੈ। ਨਾ ਸਾਨੂੰ ਉਸ ਬਗਲੇ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਸਾਡੀ ਬਿਰਤੀ ਬਗਲੇ ਵਾਲੀ ਨਹੀਂ ਹੋਣੀ ਚਾਹੀਦੀ, ਸਾਡੀ ਬਿਰਤੀ ਉਹ ਸਤਵਾਂਗ ਨਹੀਂ ਹੋਣੀ ਚਾਹੀਦੀ, ਸਾਡੀ ਤ੍ਰਿਸ਼ਨਾ ਪੈਸੇ ਦੀ ਹੋਵੇ। ਤੇ ਜੇ ਹੁਣ ਤੁਸੀਂ ਸ਼ਰਧਾ ਮੁਤਾਬਕ ਪੈਸੇ ਚੜਾਉਂਦੇ ਬਣਦਾ ਵੀ ਹੈ ਵੀ ਚੜਾ ਦਿੱਤੇ, ਪਰ ਪੈਸੇ ਚੜਾਉਣ ਦਾ ਟਾਈਮ ਕਿਹੜਾ ਹੈ? ਬੱਚਾ ਸਕੂਲੇ ਜਾਂਦਾ, ਬੱਚਾ ਕਦੇ ਵੀ ਜਦੋਂ ਮਾਸਟਰ ਬਲੈਕ ਬੋਰਡ ਤੇ ਪੜ੍ਹਾ ਰਿਹਾ ਹੁੰਦਾ ਕਦੇ ਮਾਸਟਰ ਦੇ ਹੱਥ ਵਿੱਚ ਪੈਸੇ ਨਹੀਂ ਪਾਉਂਦਾ। ਤੇ ਅਸੀਂ ਬੱਚਿਆਂ ਦੇ ਮਾਂ ਪਿਓ ਸੰਤ ਪ੍ਰਵਚਨ ਕਰ ਰਹੇ ਹੈ, ਸਾਰਾ ਕਰ ਰਹੇ ਆਪਣਾ ਲੈ ਲਾ ਕੇ ਮੱਥਾ ਟੇਕੀ ਜਾਂਦੇ ਆ, ਧਿਆਨ ਸਾਡਾ ਪੈਸੇ ਚੜਾਉਣ 'ਚ ਹੈ। ਤੇ ਹੋਣਾ ਕੀ ਚਾਹੀਦਾ ਸੀ? ਧਿਆਨ ਸਾਡਾ ਉਸ ਪ੍ਰਵਚਨਾਂ 'ਚ ਹੋਣਾ ਚਾਹੀਦਾ ਹੈ ਕਿ ਮਹਾਂਪੁਰਖਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਕਿਹੜੀ ਕਹੀ ਹੈ ਤੇ ਉਸ ਤੇ ਅਸੀਂ ਕਿਵੇਂ ਚੱਲਣਾ। ਜਦੋਂ ਅਸੀਂ ਉਹਨਾਂ ਗੱਲਾਂ ਤੇ ਧਿਆਨ ਦੇਵਾਂਗੇ, ਜੇ ਬੱਚਾ 5ਵੀਂ ਦੇ ਸਕੂਲ ਵਿੱਚ ਹੈ ਤੇ 5ਵੀਂ ਤੱਕ ਉਸਨੇ ਮਾਸਟਰ ਕੋਲ ਪੜ੍ਹਿਆ ਤੇ ਜਦੋਂ 5ਵੀਂ ਤੋਂ 10ਵੀਂ ਵਿੱਚ ਵਾਲੇ ਸਕੂਲ ਚਲੇ ਗਿਆ ਤੇ ਕਦੇ ਉਹ 5ਵੀਂ ਵਾਲੇ ਸਕੂਲ 'ਚ ਨਹੀਂ ਆਉਂਦਾ, ਕਦੇ ਉਹ 5ਵੀਂ ਵਾਲੇ ਸਕੂਲ ਵਿੱਚ ਨਹੀਂ ਆਉਂਦਾ। ਲੇਕਿਨ ਉਸ ਨੂੰ ਅਗਰ ਮਾਸਟਰ ਕੋਲ ਆਪਣੇ ਜੇ ਗੋਬਿੰਦ ਦਿਓ ਬੁਲਾਏ, ਉਹਨੇ ਦੇ ਅਰਥ ਦਾ ਪਤਾ, ਪੂਰੇ ਅਰਥ ਦਾ ਪਤਾ। ਮੇਰਾ ਬਸ ਇੱਕੋ ਹੀ ਖੇਦ ਹੈ ਕਿ ਮੈਂ ਤੇ ਇਹਨੂੰ ਗੁਰੂ ਧਾਰਿਆ, ਮੇਰਾ ਹੀ ਗੁਰੂ ਹੈ। ਕੋਈ ਦੁਨੀਆ ਜੋ ਵੱਡੀ ਚੀਜ਼ ਨਹੀਂ, ਲੇਕਿਨ ਅਗਲੀ ਲੈਣ ਦਾ ਅਰਥ ਹੀ ਨਹੀਂ ਸਮਝਿਆ। ਹੁਣ ਗੁਰਬਾਣੀ ਇਹ ਗੁਮਾਨ ਕਰ ਰਹੀ ਹੈ ਕਿ ਗੁਰੂ ਮੇਰਾ ਇਸ ਕਰਕੇ ਵੱਡਾ ਹੈ ਕਿਉਂਕਿ ਮੈਨੂੰ ਮੇਰੇ ਪਰਮਾਤਮਾ ਨੂੰ ਮਿਲਾ ਦਿੱਤਾ ਹੈ, ਇਸ ਕਰਕੇ ਮੇਰਾ ਗੁਰੂ ਵੱਡਾ ਹੈ। ਗੁਰੂ ਗੋਬਿੰਦ ਦੋਨੋਂ ਖੜੇ ਕਿਨਕੇ ਲੱਗ ਪਾਏ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦਿਓ ਮਰਾਏ। ਗੋਬਿੰਦ ਕੌਣ ਹੈ? ਪਰਮਾਤਮਾ ਭਗਵਾਨ। ਕਹਿੰਦੇ ਮੈਂ ਆਪਣੇ ਗੁਰੂ ਨੂੰ ਇਸ ਕਰਕੇ ਬਲਿਹਾਰ ਜਾਣਾ, ਦੋਨਾਂ ਵਿੱਚੋਂ ਪਹਿਲਾਂ ਮੈਂ ਕਿਹਦੇ ਪੈਰੀਂ ਹੱਥ ਲਾ ਰਿਹਾ? ਜਿਹਨੇ ਮੈਨੂੰ ਰੱਬ ਦੇ ਦਰਸ਼ਨ ਕਰਾਏ ਹੈ। ਹੁਣ ਜਿਹਨੇ ਤੁਹਾਨੂੰ ਰੱਬ ਦੇ ਦਰਸ਼ਨ ਕਰਾਏ ਹੈ, ਭਾਵੇਂ ਤੁਹਾਨੂੰ ਮੰਜ਼ਿਲ ਤੱਕ ਪਹੁੰਚਾਇਆ ਹੈ, ਉਸਦਾ ਤੁਹਾਡਾ ਸਤਿਕਾਰ ਕਰਨਾ ਬਣਦਾ ਹੈ। ਲੇਕਿਨ ਅਸੀਂ ਅੰਮ੍ਰਿਤਵਾਸ ਕੀ ਹੈ? ਵਡਿਆਈ ਕਰੀ ਜਾਂਦੇ ਹਾਂ, ਗੁਰੂ ਦਾਸ ਮਹਾਰਾਜ ਨੂੰ ਇੰਨਾ ਕੁ ਵੱਡਾ ਕਰੀ ਜਾਂਦੇ ਹਾਂ, ਕਈ ਵਾਰ ਤਾਂ ਦੂਜਿਆਂ ਨੂੰ ਮਾੜਾ ਵੀ ਕਹਿਣ ਲੱਗ ਪੈਂਦੇ ਹਾਂ। ਕਈ ਵਾਰ ਆਪਣੇ ਗੁਰੂ ਨੂੰ ਤਰ੍ਹਾਂ ਤਰ੍ਹਾਂ ਨਾਲ ਵੱਡਾ ਕਰਦੇ ਹਾਂ। ਕਿੱਥੋਂ? ਸਿਰਫ ਜ਼ਬਾਨ ਤੋਂ, ਅੰਦਰੋਂ ਕੋਈ ਨਹੀਂ, ਅੰਦਰੋਂ ਪ੍ਰੈਕਟੀਕਲ ਕੋਈ ਨਹੀਂ। ਜਿੱਦਾਂ ਸਾਡਾ ਅੰਦਰੋਂ ਪ੍ਰੈਕਟੀਕਲ ਹੋ ਗਿਆ ਕਿ ਮੈਨੂੰ ਦਰਸ਼ਨ ਹੋਏ ਹੈ, ਮੈਨੂੰ ਗੁਰੂ ਦਾਸ ਮਹਾਰਾਜ ਦਰਸ਼ਨ ਹੋਏ ਹੈ। ਦਰਸ਼ਨ ਕਿਵੇਂ ਹੋਣੇ ਹੈ? ਜੇਤਾ ਸਮੁ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਓ ਉਹਦੇ ਪੱਥਰ ਮਾਰੇ। ਗੁਰੂ ਜੀ ਬਾਣੀ ਨੂੰ ਜਾਣ ਕਰ ਰਹੇ ਹੈ, ਕਿਸ ਦੇ ਪ੍ਰਥਾਏ? ਗੁਰੂ ਦਾਸ ਮਹਾਰਾਜ ਦੀ ਪ੍ਰਥਾਏ। ਪੰਜਵੇਂ ਪਾਤਸ਼ਾਹ ਨੇ ਬਾਣੀ ਦਰਜ ਕਰ ਦਿੱਤੀ ਹੈ ਕਿ ਐ ਗੁਰੂ ਦਾਸ ਮਹਾਰਾਜ ਜੀ, ਐ ਰੱਬ ਜੀ, ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ ਇਸ ਤੋਂ ਵੀ ਜ਼ਿਆਦਾ ਸਾਡੇ ਵਿੱਚ ਔਗਣ ਹੈ, ਪਰ ਅਸੀਂ ਕਾਬਲ ਨਹੀਂ। ਪਰ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਔਗਣਾਂ ਨੂੰ ਨਾ ਛਾੜਦੇ ਹੋਏ, ਜਿਸ ਤਰ੍ਹਾਂ ਤੁਸੀਂ ਇੰਨੇ ਡੁੱਬਦੇ ਪੱਥਰ ਉਤਾਰੇ ਹੈ ਤੇ ਮੈਨੂੰ ਵੀ ਤਾਰ ਦਿਓ। ਡੁੱਬਦੇ ਪੱਥਰ ਤੋਂ ਅਸੀਂ ਪੱਥਰ ਦੀਆਂ ਤਾਰੀਆਂ ਲਾਉਣ ਲੱਗ ਪਏ ਬਈ ਗੁਰੂ ਜੀ ਨੇ ਪਤਲੀ ਤਾਰੀ ਹੈ। ਹੁਣ ਗੁਰਬਾਣੀ ਇਹ ਕਹਿ ਰਹੀ ਹੈ ਕਿ ਪੱਥਰ ਦੇ ਲੋਕ ਸੀ ਜਿਹੜੇ ਸਾਡੀ ਕੋਈ ਜੀਭ ਕੱਢ ਦਿੰਦਾ ਸੀ, ਜਿਹੜਾ ਕੋਈ ਸਾਡੇ ਕੰਨਾਂ ਵਿੱਚ ਸਿੱਕਾ ਪਾ ਦਿੰਦਾ ਸੀ, ਜਿਹੜਾ ਕੋਈ ਸਾਡੇ ਦੇ ਤਰ੍ਹਾਂ ਤਰ੍ਹਾਂ ਤੇ ਅਤਿਆਚਾਰ ਕਰਦਾ ਸੀ, ਉਹਨਾਂ ਰਾਜੇ ਮਹਾਰਾਜਿਆਂ ਨੂੰ, ਉਹਨਾਂ ਦੰਬੀਆਂ ਨੂੰ ਗੁਰੂ ਦਾਸ ਮਹਾਰਾਜ ਜੀ ਤੁਸੀਂ ਸਿੱਧੇ ਰਸਤੇ ਪਾਇਆ। ਉਹ ਪੱਥਰ ਤਾਰ ਦਿੱਤੇ ਜਿਹਦੇ ਨਾਲ ਇੰਨੀ ਦੁਨੀਆ ਲੱਗੀ ਤੇ ਸਾਡੇ ਤੇ ਵੀ ਕਿਰਪਾ ਕਰੋ। ਉਹ ਤੇ ਇਹ ਕਹਿ ਰਹੇ ਹੈ ਅਸੀਂ ਪੱਥਰਾਂ ਦੀ ਪੂਜਾ ਕਰਨ ਲੱਗ ਪਏ, ਅਸੀਂ ਪੱਥਰੀਆਂ ਬਣਾਉਣ ਲੱਗ ਪਏ, ਗੁਰਬਾਣੀ ਦੇ ਅਰਥ ਹੀ ਹੋਰ ਕਰਨ ਲੱਗ ਪਏ। ਕਿਉਂ? ਕਿਉਂਕਿ ਅਸੀਂ ਪੜ੍ਹੇ ਲਿਖੇ ਨਹੀਂ। ਗੱਲ ਫਿਰ ਉੱਥੇ ਹੀ ਆ ਗਈ, ਐ ਮੇਰੀ ਉਹ ਬਤਾਓ, ਮੇਰੀ ਉਹ ਭੈਣੋ, ਮੇਰਾ ਪਿਓ, ਮੈਨੂੰ ਦੱਸਣ 'ਚ ਕੋਈ ਹਰਜਾ ਨਹੀਂ। ਬਹੁਤ ਸਾਰੇ ਲੋਕ ਬੋਲ ਲੈਂਦੇ ਹੈ ਮੇਰਾ ਪਿਓ ਜੁੱਤੀਆਂ ਬਣਦਾ ਸੀ, ਬਹੁਤ ਚੀਜ਼ ਸੀ, ਪਰ ਉਸਨੇ ਇੱਕ ਫੋਟੋ ਪਿੱਛੇ ਲਾਈ ਹੋਈ ਸੀ ਗੁਰੂ ਦਾਸ ਮਹਾਰਾਜ ਦੀ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ। ਇੱਕੋ ਹੀ ਗੱਲ ਕਹਿੰਦੇ ਸੀ, ਜਦੋਂ ਕੋਈ ਜੁੱਤੀਆਂ ਚੱਕ ਕੇ ਸਿੱਟਦਾ ਸੀ ਕੰਧ ਤੇ ਲਿਬੜੀ ਹੁੰਦੀ ਸੀ, ਇੱਕੋ ਗੱਲ ਸਾਨੂੰ ਮਿਲਦਾ ਵੀ ਪੁੱਤਰੋ ਆਹ ਨਰਕ ਹੈ, ਆਹ ਨਰਕ ਹੈ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਨਰਕ ਦੀ ਜ਼ਿੰਦਗੀ ਜੀਓ, ਨਰਕ ਬਤੀਤ ਕਰੋ। ਜੇ ਤੁਸੀਂ ਪੜ੍ਹ ਕੇ, ਜੇ ਤੁਸੀਂ ਗੁਰੂ ਦਾਸ ਮਹਾਰਾਜ ਦੀ ਗੱਲ ਮੰਨ ਲਈ,
ਜੇ ਤੁਸੀਂ ਬਾਬਾ ਸਾਹਿਬ ਦੀ ਗੱਲ ਮੰਨ ਲਈ ਤੇ ਤੁਸੀਂ ਸਵਰਗ ਵਿੱਚ ਹੋਵੋਗੇ। ਤੇ ਸਾਡੇ ਪਿਓ ਨੇ ਸਾਨੂੰ ਜਿਉਂਦੇ ਜੀ ਸਵਰਗ ਵਿੱਚ ਬਦਲ ਦਿੱਤਾ, ਨਰਕ ਨੂੰ ਸਵਰਗ ਦੇ ਵਿੱਚ ਬਦਲ ਦਿੱਤਾ। ਕਦੋਂ? ਜਦੋਂ ਸਾਨੂੰ ਡਰਾ ਧਮਕਾ ਕੇ ਪਿਆਰ ਨਾਲ ਉਹਨਾਂ ਨੇ ਪੜ੍ਹਨੇ ਪਾਇਆ। ਇਹ ਕਿਰਪਾ ਕਿਸਦੀ ਹੋਈ? ਗੁਰੂ ਸਾਹਿਬਾਨਾਂ ਦੀ। ਲੇਕਿਨ ਕਦੋਂ ਹੋਈ? ਜਦੋਂ ਆਪਾਂ ਉਹਨਾਂ ਦੀ ਕਹੀ ਹੋਈ ਗੱਲ ਨੂੰ ਮੰਨਿਆ। ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਤੁਸੀਂ ਸਾਨੂੰ ਹਾਰ ਪਾ ਦਿੱਤੇ, ਤੁਸੀਂ ਸਾਡੇ ਤੇ ਫੁੱਲਾਂ ਦੀ ਵਰਖਾ ਕਰ ਦਿੱਤੀ। ਤੁਹਾਨੂੰ ਪਤਾ 6 ਵਜੇ ਉੱਠੇ ਹੋਏ ਆ, ਇਹ ਬੋਲ ਹੀ ਸਾਨੂੰ ਚਾਰਜ ਕਰੀ ਜਾ ਰਹੇ ਹੈ, ਇਹ ਹਾਰ ਹੀ ਸਾਨੂੰ ਚਾਰਜ ਕਰੀ ਜਾ ਰਹੇ ਹੈ। ਜਿਵੇਂ ਬੈਟਰੀ ਮੋਬਾਈਲ ਦੀ ਜਿਹੜੀ ਹੈ ਨਾ, ਬੰਦ ਹੋ ਜਾਵੇ ਤੇ ਪਲੱਗ ਚ ਲੱਗ ਜਾਂਦੀ ਹੈ, ਸਾਡੀ ਇਹੀ ਬੈਟਰੀ ਹੈ। ਕੋਈ ਸੰਗਤ ਲੀਕ ਰਹੀ ਹੈ, ਸੰਗਤ ਨੂੰ ਕੋਈ ਗੁਰੂ ਦੀ ਗੱਲ ਦੱਸੀਏ, ਲੇਕਿਨ ਹੈ ਬੜਾ ਔਖਾ, ਚੱਲਣਾ ਬਹੁਤ ਔਖਾ। ਅੱਗੇ ਨਾਲ 2 ਜਣੇ ਚੱਲੇ ਹੋਏ ਸਵੇਰ ਦੇ, ਸ਼ਾਇਦ ਇੱਕ ਨੇ ਤਾਂ ਰੋਟੀ ਵੀ ਨਹੀਂ ਖਾਧੀ। ਮੈਨੂੰ ਯਕੀਨ ਹੈ ਕਿ ਕੈਮਰਾਮੈਨ ਨੇ ਮੈਨੂੰ ਲੱਗਦਾ ਕਿ ਇਹਨੂੰ ਕਿਤੇ ਰੋਟੀ ਬੜੀ ਹੋਈ ਸੀ। ਸਭ ਸਮਝ ਨਹੀਂ ਮਿਲਿਆ ਕਿ ਰੋਟੀ ਸਵੇਰੇ 8 ਵਜੇ ਚੱਲੇ ਹੋਏ, ਕਦੀ ਕਿਤੇ ਤੇ ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਇਹ ਕੰਮ ਬੜਾ ਔਖਾ ਹੈ, ਪਰ ਇਹ ਸੌਖਾ ਹੋ ਸਕਦਾ ਹੈ। ਆਪਾਂ ਵੀ ਧਰਤੀ ਦੇ ਸਵਰਗ ਬਣਾ ਸਕਦੇ ਹਾਂ। ਇੱਕ ਸੁਨਪੇੜ ਪਿੰਡ ਹੈ ਫਰੀਦਾਬਾਦ ਦੇ ਵਿੱਚ। ਅੱਜ ਤੋਂ 3 ਸਾਲ ਪਹਿਲਾਂ, 3.5 ਸਾਲ ਪਹਿਲਾਂ ਉਸ ਪਿੰਡ ਦਾ ਜਿਹੜਾ ਸਰਪੰਚ ਸੀ ਨਾ, ਉਹ ਪੜ੍ਹੇ ਲਿਖੇ ਸੀ ਤੇ ਸਾਡੇ ਭਾਈਚਾਰੇ ਦਾ ਸੀ, ਆਪਣੇ ਭਾਈਚਾਰੇ ਦਾ ਸੀ, ਤੇ ਉਹਨੂੰ ਰਾਸ਼ਟਰਪਤੀ ਅਵਾਰਡ ਮਿਲ ਗਿਆ। ਕੀ ਮਿਲਿਆ? ਰਾਸ਼ਟਰਪਤੀ ਅਵਾਰਡ ਮਿਲ ਗਿਆ ਵੀ ਇਹ ਸਰਪੰਚ ਸਭ ਤੋਂ ਉੱਤਮ ਸਰਪੰਚ ਹੈ, ਵੀ ਇਹ ਵਧੀਆ ਕੰਮ ਕਰ ਰਿਹਾ। ਤੇ ਜਿਹੜੇ ਉੱਚ ਜਾਤੀ ਦੇ ਸੀ ਨਾ, ਉਹਨਾਂ ਨੂੰ ਬੜੀ ਤਕਲੀਫ ਹੋਈ। ਉਹਨਾਂ ਨੇ ਮਾਰਕਟ ਕੀਤੀ ਇੱਥੋਂ ਤੱਕ ਕਿ ਪਿੰਡ ਵਾਲੇ ਕੁਝ ਕਰ ਸਕਦੇ ਹੈ, ਨਹੀਂ ਕਰ ਸਕਦੇ। ਲੇਕਿਨ ਉਹਨਾਂ ਨੇ ਪਲਾਨ ਕੀਤਾ ਪਿੰਡ ਦੇ ਵਿੱਚ ਰਾਤ ਨੂੰ ਜਗਰਾਤਾ ਕਰਾ ਦਿਆ। ਜਗਰਾਤੇ ਦਾ ਸ਼ੋਰ ਸ਼ਰਾਬਾ ਹੋਇਆ। ਸ਼ੋਰ ਸ਼ਰਾਬੇ ਦੇ ਵਿੱਚ ਉਹਨਾਂ ਨੇ ਸੋਚਿਆ ਸੌਂ ਗਏ ਘਰ ਦੇ, ਉਹਨੇ ਕਿਹਾ ਆਪਾਂ ਜਗਰਾਤਾ ਦੇਖੇਗੇ। ਉਹ ਬਾਹਰੋਂ ਉੱਥੇ ਜਗਰਾਤੇ ਚਲੇ ਗਏ। ਉੱਧਰੋਂ ਆਏ ਜਿਹਨਾਂ ਨੇ ਪਲਾਨ ਕੀਤਾ ਸੀ, ਆਪਣਾ ਦਰਵਾਜ਼ਾ ਕਿੰਨਾ ਕੁ ਲੱਕੜੀ ਦਾ, ਬਾਰੀ ਕਿੰਨੀ ਕੁ ਗਰੀਬ ਦੀ, ਥੱਲੋਂ ਦੀ ਪੈਟਰੋਲ ਪਾਇਆ, ਬਾਰੀ ਵਿੱਚ ਹੀ ਪੈਟਰੋਲ ਸੁੱਟਿਆ, ਅੱਗ ਲਾ ਦਿੱਤੀ। 1.5 ਸਾਲ ਦਾ ਤੇ 2.5 ਸਾਲ ਦਾ ਬੱਚਾ ਝੁਲਸ ਕੇ ਅੰਦਰ ਹੀ ਮਰ ਗਿਆ। ਔਰਤ 70% ਸੜ ਗਈ, ਘਰ ਵਾਲਾ ਕੋਈ ਹੁੰਦਾ ਹੱਥੋਂ ਸੜ ਗਈ। ਜੋ ਸਾਨੂੰ ਪਤਾ ਲੱਗਿਆ, ਸਾਡੇ ਨਾਲ ਮਹਾਂਪੁਰਖ ਸੀ, ਅਸੀਂ ਗਏ ਤੇ ਉੱਥੇ ਬਹੁਤ ਪਿੰਡ ਛਾਉਣੀ ਚ ਬਦਲਿਆ ਤੇ ਰਿਪੋਰਟ ਕੀ ਦੇ ਰਹੇ ਹੈ? ਕਹਿੰਦੇ ਆਗ ਅੰਦਰ ਸੇ ਲੱਗੀ, ਆਗ ਅੰਦਰ ਸੇ ਲੱਗੀ। ਸਾੜ ਵੀ ਦਿੱਤੇ ਤੇ ਉਹਦਾ ਕੇਸ ਵੀ ਉਹਦੇ ਮਾਂ ਪਿਓ ਤੇ। ਕੀ ਆਪਣਾ ਮਾਂ ਪਿਓ 1.5 ਸਾਲ ਦੇ 2.5 ਸਾਲ ਦੇ ਬੱਚੇ ਨੂੰ ਅੱਗ ਲਾ ਸਕਦਾ? ਇਹ ਕਦੋਂ ਹੋ ਰਿਹਾ ਹੈ? ਜਦੋਂ ਅਸੀਂ ਗੁਰਦਾਸ ਮਾਨ ਦਾ ਸ਼ਬਦ ਹੈ, ਤੁਮ ਮਖਦੂਰ ਸਫੇਦ ਸਕੀਲ ਹਮ अपनी तस्कीरा सत संगत मिल रही है माधो जैसे बदल। ਹੁਣ ਗੁਰਦਾਸ ਮਾਨ ਨੇ ਫੈਸਲਾ ਕੀਤਾ ਹੈ ਕਿ ਇਹ ਮੇਰੇ ਸਮਾਜ ਦੇ ਲੋਕੋ, ਆ ਜੋ ਤੁਹਾਡੀ ਦੁਰਦਸ਼ਾ ਹੈ ਇਹ ਬਦਲੀ ਜਾ ਸਕਦੀ ਹੈ ਵਿਦਿਆ ਨਾਲ। ਤੇ ਗੱਲ ਹੋਈ ਗਈ ਹੈ, ਲੇਕਿਨ ਤੁਹਾਡਾ ਆਚਰਣ ਕਿਹੋ ਜਿਹਾ ਹੋਵੇ? ਮਧੂ ਮੱਖੀਆਂ ਵਰਗਾ। ਹੁਣ ਗੁਰਦਾਸ ਮਾਨ ਨੇ ਸਾਨੂੰ ਫੈਸਲਾ ਦਿੱਤਾ ਕਿ ਮਧੂ ਮੱਖੀਆਂ ਤੋਂ ਸਿੱਖੋ। ਕਿਵੇਂ? ਗੁਰੂ ਜੀ ਕਹਿੰਦੇ ਇੱਕ ਡੂੰਘਣਾ ਲੱਗਿਆ ਉੱਤੇ ਨਾ ਨਿੱਕੀ ਜੀ ਕੰਕਰ, ਐਦਾਂ ਉਹਦੇ ਘਰ ਤੇ ਮਾਰ ਦਿਓ ਮਧੂ ਮੱਖੀਆਂ ਦੇ ਡੂੰਘਣੇ ਤੋਂ। ਤੇ ਗੁਰਦਾਸ ਮਾਨ ਕਹਿੰਦੇ ਭਾਵੇਂ ਮਧੂ ਮੱਖੀ ਨਾ ਮਰੇ, ਬੇਹੋਸ਼ ਵੀ ਨਾ ਹੋਵੇ, ਉਹਨਾਂ ਨੂੰ ਇਹ ਲੱਗਦਾ ਸਾਡੇ ਘਰ ਤੇ ਹਮਲਾ ਹੋ ਗਿਆ, ਸਾਡੀ ਅਣਖ ਤੇ ਹਮਲਾ ਹੋ ਗਿਆ। ਤੇ ਸਾਰੀਆਂ ਮਧੂ ਮੱਖੀਆਂ ਕੀ ਕਰਦੀਆਂ? ਉਸ ਹਮਲਾਵਰ ਤੇ ਅਟੈਕ ਕਰ ਦਿੰਦੀਆਂ ਤੇ ਉਹਨੂੰ ਦੰਦ ਮਾਰ ਕੇ ਮਾਰ ਦਿੰਦੀਆਂ। ਹੁਣ ਸਾਡੇ ਗੁਰੂ ਮਹਾਰਾਜ ਕਹਿੰਦੇ ਸਾਡੇ ਨਾਲ ਕੀ ਹੋ ਰਿਹਾ ਸਾਡੇ ਸਮਾਜ ਵਿੱਚ? ਉਹ ਸਾਰੀਆਂ ਇਕੱਠੀਆਂ ਹੋ ਕੇ ਅਟੈਕ ਕਰ ਰਹੀਆਂ। ਅਸੀਂ ਕੀ ਕਰ ਰਹੇ ਹਾਂ? ਸਾਡੇ ਪਿੰਡ ਦੇ ਵਿੱਚ ਸਾਡੇ ਬਜ਼ੁਰਗ ਦੀ ਪੱਗ ਲਾ ਦਿੱਤੀ। ਅਸੀਂ ਕੀ ਕਹਿੰਦੇ ਹਾਂ? ਇਹ ਤਾਂ ਭਾਈ ਨੱਥਾ ਸਿੰਘ ਦਾ ਪਿਓ ਹੈ, ਗੰਡਾ ਸਿੰਘ ਦਾ ਭਰਾ, ਸਾਨੂੰ ਕੀ ਆਪਣੇ ਘਰੇ ਭੇਜਣ ਨੇ। ਪਿੰਡ ਵਾਲੇ ਇਸ ਕਰਕੇ ਨਾ ਲੱਗਦੇ, ਦੂਜੇ ਪਿੰਡ ਵਾਲੇ ਕਹਿੰਦੇ ਆਪਾਂ ਕੀ ਲੈਣਾ, ਦੂਜਾ ਪਿੰਡ ਹੈ, ਦੂਜੇ ਪਿੰਡ ਦਾ ਮਸਲਾ, ਜ਼ਿਲ੍ਹੇ ਵਾਲੇ ਕਹਿੰਦੇ ਸਾਡੇ ਜ਼ਿਲ੍ਹੇ ਦਾ ਮਸਲਾ ਨਹੀਂ। ਤੇ ਸੂਬੇ ਬਾਰੇ ਤਾਂ ਆਪਾਂ ਮਾਫ ਕਰਨਾ ਪਤਾ ਹੀ ਨਹੀਂ ਲੱਗਦਾ, ਜਿਵੇਂ ਆਪਣੀ ਦਾ ਬੰਦਾ ਦੀ ਗੱਲ ਹੋਈ ਹੈ ਜਾਂ ਹੋਰ ਸੂਬੇ ਹੈ, ਸਾਨੂੰ ਪਤਾ ਹੀ ਨਹੀਂ ਸਾਡੇ ਸਮਾਜ ਨਾਲ ਕੀ ਹੋ ਰਿਹਾ ਹੈ। ਤੇ ਫਿਰ ਗੁਰੂ ਜੀ ਕਹਿੰਦੇ ਨਹੀਂ, ਜਿਸ ਦਿਨ ਤੁਸੀਂ ਗੁਰਦਾਸ ਮਾਨ ਨੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜਗ੍ਹਾ ਤੇ ਇੱਥੋਂ ਤੱਕ ਲਿਖ ਦਿੱਤਾ ਹੈ ਮੈਂ, ਆਪਾਂ ਕਹਿੰਦੇ ਮੈਂ ਨਹੀਂ ਬੋਲਣਾ, ਲੇਕਿਨ ਗੁਰੂ ਗ੍ਰੰਥ ਸਾਹਿਬ ਨੇ ਮੈਂ ਕਹਿ ਕੇ ਲਿਖਿਆ, ਉੱਤੇ ਵੀ ਆਪਾਂ ਹੁੰਦੇ। ਗੁਰਦਾਸ ਮਾਨ ਕਹਿੰਦੇ ਕਿ ਮੈਂ ਦਾਅਵਾ ਕਰਦਾ ਹਾਂ ਕਿ ਜੇਕਰ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ, ਸਾਰੇ ਜਣੇ ਕੌਮ, ਇੱਕ ਤਾਂ ਜਿਹੜੇ ਅਸੀਂ ਗੁਰਦਾਸ ਨੂੰ ਮੰਨਣ ਵਾਲੇ ਹਾਂ,
ਅਸੀਂ ਗੁਰਦਾਸ ਮਹਾਰਾਜ ਨੂੰ ਬਹੁਤ ਛੋਟਾ ਕਰ ਰਹੇ ਹਾਂ। ਇਹ ਸਾਡਾ ਹੀ ਹੈ, ਗੁਰਦਾਸ ਮਹਾਰਾਜ ਸਾਡਾ ਹੀ ਹੈ, ਬਸ ਇੰਨੀਆਂ ਕੁ ਜਣਿਆਂ ਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਕਿ ਚਾਰੇ ਵਰਨਾਂ ਦਾ ਉਹ ਰਾਜੇ ਮਹਾਰਾਜਿਆਂ ਦਾ ਵੀ ਗੁਰੂ ਹੈ, ਲੇਕਿਨ ਅਸੀਂ ਉਹਨੂੰ ਜੱਫਾ ਪਾ ਕੇ ਛੋਟਾ ਕਰ ਰਹੇ ਹਾਂ। ਉਹ ਸਾਡਾ ਹੀ ਹੈ ਗੁਰੇ ਨੇ। ਹੁਣ ਗੁਰਦਾਸ ਮਹਾਰਾਜ ਨੇ ਸਾਨੂੰ ਹੁਕਮ ਦਿੱਤਾ ਕਿ ਮਧੂ ਮੱਖੀਆਂ ਵਾਂਗ ਜਿਸ ਦਿਨ ਤੁਸੀਂ ਸਾਰੇ ਇਕੱਠੇ ਹੋ ਕੇ ਹਮਲਾਵਰ ਨੂੰ ਇੱਕ ਵਾਰ ਕੁਚਲਦੇ ਹੋਗੇ, ਕਹਿੰਦੇ ਦੁਬਾਰਾ ਤੁਹਾਡੇ ਕਿਸੇ ਦੀ ਇੱਜ਼ਤ ਨੂੰ ਲੱਗੀ ਹੱਥ ਪਾਉਣਾ ਤੁਹਾਡੇ ਵੇਲੇ ਕੋਈ ਨਹੀਂ ਕਰੇ। ਫਿਰ ਗੁਰੂ ਜੀ ਕਹਿੰਦੇ ਆ ਕਿ ਮਧੂ ਮੱਖੀ ਬਾਰੇ ਉਹ ਮੀਲੋ ਮੀਲ ਉੱਡ ਕੇ ਜਾਂਦੀ ਹੈ, ਜੂਸ ਬਣਾਉਂਦੀ ਹੈ, ਜੂਸ ਲੈ ਕੇ ਆਉਂਦੀ ਹੈ, ਸ਼ਹਿਦ ਬਣਾਉਂਦੀ ਹੈ, ਤੇ ਆਪਾਂ ਕਹਿੰਦੇ ਉਹਦਾ ਪਰਮਾਤਮਾ ਨੇ ਉਹਨੂੰ ਗੁਣ ਦਿੱਤਾ। ਗੁਰਦਾਸ ਮਹਾਰਾਜ ਕਹਿੰਦੇ ਗੁਣ ਨੂੰ ਸ਼ਹਿਦ ਬਣਾਉਣ ਦਾ ਪਰਮਾਤਮਾ ਨੇ ਦਿੱਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੇ ਡੰਗ ਵੀ ਪਰਮਾਤਮਾ ਨੇ ਦਿੱਤਾ ਹੈ। ਪਰ ਹਿੰਮਤ ਕਿਸ ਦੀ ਹੈ? ਹਿੰਮਤ ਕਿਸ ਦੀ ਹੈ? ਹਿੰਮਤ ਬਹੁਤ ਮੁੱਖ। ਸਾਨੂੰ ਹੁਣ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ, ਬਾਬਾ ਸਾਹਿਬ ਅੰਬੇਦਕਰ ਤੋਂ ਪਹਿਲਾਂ ਬਹੁਤ ਹੋਣਗੇ ਜਿਨ੍ਹਾਂ ਨੇ ਸੰਘਰਸ਼ ਕੀਤਾ। ਗੁਰਦਾਸ ਮਹਾਰਾਜ ਤੋਂ ਪਹਿਲਾਂ 12ਵੀਂ ਸਦੀ ਦੇ ਆਪਣੇ ਕੋਲ ਸਰੂਪ ਲੱਗਿਆ ਹੋਇਆ ਗੁਰੂ ਨਾਨਕ ਦੇਵ ਜੀ ਦਾ। ਇਹ ਤੋਂ ਪਹਿਲਾਂ ਵੀ ਹੋਣਗੇ ਜਿਨ੍ਹਾਂ ਬਾਰੇ ਆਪਾਂ ਨੂੰ ਨਹੀਂ ਪਤਾ। ਸਾਡੇ ਵਾਸਤੇ ਲੜਦੇ ਆ ਰਹੇ, ਸੰਘਰਸ਼ ਕਰਦੇ ਆ ਰਹੇ। ਉਹ ਜਿਹੜੇ ਸਾਡੇ ਵਾਸਤੇ ਸੰਘਰਸ਼ ਕਰਦੇ ਆ ਰਹੇ ਹੈ, ਅਸੀਂ ਉਹਨਾਂ ਦੇ ਸੰਘਰਸ਼ ਦੇ ਪ੍ਰਤੀ ਆਪਣੇ ਆਪ ਨੂੰ ਜਾਗਰੂਕ ਕਰਨਾ। ਜਦੋਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਗੁਰੂ ਕਬੀਰ ਮਹਾਰਾਜ ਜੀ ਨੂੰ, ਗੁਰਦਾਸ ਮਹਾਰਾਜ ਜੀ ਨੂੰ, ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਜਿੰਨਾ ਚਿਰ ਅਸੀਂ ਉਹਨੂੰ ਸਨਮਾਨ ਨਹੀਂ ਦਿੰਦੇ, ਜਦੋਂ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ, ਜੇਕਰ ਅਸੀਂ ਬਹੁ ਮੋਹਰਾ ਮੋਗਵਾਲੀਆ ਦਾ ਨਾਂ ਲਈਏ, ਬਾਬਾ ਸਾਹਿਬ ਜਦੋਂ ਇੰਗਲੈਂਡ ਦੇ ਵਿੱਚ ਚਲੇ ਗਏ ਤੇ ਉੱਥੇ ਮਹਾਤਮਾ ਗਾਂਧੀ ਵੀ ਚਲੇ ਗਏ, ਤੇ ਉਹ ਕੀ ਕਹਿ ਰਿਹਾ ਕਿ ਇਹ ਲੋਕ ਜਿਹੜੇ ਦਬੇ ਕੁਚਲੇ ਆ, ਜਿਹਨਾਂ ਨੂੰ ਸ਼ੂਦਰ ਕਿਹਾ ਜਾਂਦਾ, ਕਹਿੰਦੇ ਇਹਨਾਂ ਦਾ ਨੁਮਾਇੰਦਾ ਮੈਂ ਆ, ਤੇ ਉਧਰੋਂ ਬਾਬਾ ਸਾਹਿਬ ਕਹਿੰਦੇ ਮੈਂ। ਅੰਗਰੇਜ਼ ਕਹਿੰਦੇ ਸਾਨੂੰ ਕੀ ਪਤਾ ਕੌਣ ਹੈ, ਤੁਹਾਡਾ ਕੋਈ ਉੱਥੋਂ ਕੋਈ ਸਾਨੂੰ ਦੱਸੇ। ਤੇ 52 ਟੈਲੀਗ੍ਰਾਮਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਹੱਥ ਦੇ ਵਿੱਚ ਉੱਥੇ ਇੰਗਲੈਂਡ ਗਈਆਂ, ਜਿਨ੍ਹਾਂ ਦੇ ਵਿੱਚੋਂ 48 ਕੇ 52 ਟੈਲੀਗ੍ਰਾਮਾਂ ਬਾਬਾ ਮੋਗਵਾਲੀਆ ਜੀ ਨੇ ਇਸ ਪੰਜਾਬ ਚੋਂ ਭੇਜੀਆਂ, ਜਿਹੜਾ ਵੱਡਾ ਪੰਜਾਬ ਸੀ। ਤੇ ਮਹਾਤਮਾ ਗਾਂਧੀ ਨੂੰ ਕਿੰਨੀਆਂ ਗਈਆਂ? 4। ਤੇ ਅੰਗਰੇਜ਼ਾਂ ਨੇ ਮੰਨ ਲਿਆ ਭਾਈ 52 ਟੈਲੀਗ੍ਰਾਮਾਂ ਆਈਆਂ, ਇਹਦਾ ਮਤਲਬ ਇਹ ਇਹਨਾਂ ਦਾ ਲੀਡਰ ਹੈ। ਹੁਣ ਜਦ ਤੱਕ ਅਸੀਂ ਇਸ ਤਰ੍ਹਾਂ ਇਕੱਠ ਨਹੀਂ ਕਰਦੇ, ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ। ਹੁਣ ਜਿਹੜੇ ਬਾਬਾ ਜੀ ਇੱਥੇ ਬੈਠੇ ਸੀ, ਬਾਬਾ ਜੀ ਪਛੜੀ ਸ਼੍ਰੇਣੀ ਚੋਂ, ਹੁਣ ਪਛੜੀ ਸ਼੍ਰੇਣੀ ਸਾਡੀ ਹੈ। ਜਿਹੜਾ ਬਹੁ ਮੋਹਰਾ ਮੋਗਵਾਲੀ ਹੈ, ਉਸਨੇ ਕੀ ਕੰਮ ਕੀਤਾ? ਉਸਨੇ 36 ਜਾਤਾਂ ਜਿਹੜੀਆਂ ਸੀ, ਜਿੰਨੀਆਂ ਉਹ ਕਰ ਸਕਦਾ ਸੀ, ਉਹਨਾਂ ਨੂੰ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਇਕੱਠੇ ਕੀਤਾ। ਭਾਈ ਸਾਡਾ ਮੁੱਢ ਕਦੀਮ ਤੋਂ ਆਦਿ ਧਰਮ ਹੈ। ਆਦਿ ਧਰਮ ਕੀ ਹੈ? ਤੁਸੀਂ ਕਹੋਗੇ ਕਿਹੜੀ ਬਲਾ ਦਾ ਨਾਮ ਹੈ? ਆਦਿ ਧਰਮ ਇਸ ਤੇ ਸੁਣਿਆ ਨਹੀਂ। ਆਦਿ ਦਾ ਭਾਵ ਹੈ, ਵਾਲਮੀਕ ਜੀ ਨੇ ਕਿਹਾ ਆਦਿ ਕੋ ਰੀਤ ਸਦਾ ਚਲੇ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਗੁਰਦਾਸ ਮਹਾਰਾਜ ਨੇ ਪ੍ਰਮਾਣ ਕੀਤਾ ਆਦਿ ਸੇ ਪ੍ਰਗਟ ਹੋਇਆ ਹੋਇਆ ਨਾ ਜਾਤਾ ਅੰਤ, ਸਤ ਆਦਿ ਧਰਮ ਰਵਿਦਾਸ ਦਾ ਜਿੰਦਾ ਰਹਿਣਾ ਸੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਮਾਣ ਕੀਤਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਦੂਸਰੀ ਵੀ ਸੱਚ। ਹੁਣ ਆਦਿ ਹੈ ਕੀ? ਆਦਿ ਤੋਂ ਭਾਵ ਹੈ ਕੁਦਰਤ, ਕੁਦਰਤ ਦਾ ਧਰਮ, ਕੁਦਰਤ ਦਾ ਨਿਜ਼ਾਮ। ਕੁਦਰਤ ਦਾ ਨਿਜ਼ਾਮ ਕੀ ਹੈ? ਸੂਰਜ ਜਦੋਂ ਤੁਹਾਨੂੰ ਤਪਸ਼ ਦਿੰਦਾ ਹੈ, ਰੋਸ਼ਨੀ ਦਿੰਦਾ ਹੈ, ਤੇ ਉਹ ਕਿਸੇ ਨਾਲ ਭੇਦਭਾਵ ਕਰਦਾ, ਕੋਈ ਇਹ ਬੀਬੀ ਨੂੰ ਮੈਂ ਰੋਸ਼ਨੀ ਦੇਣੀ, ਇੱਧਰ ਬੰਦਿਆਂ ਨੂੰ ਰੋਸ਼ਨੀ ਦੇਣੀ ਹੈ, ਜਾਂ ਇਹ ਮੈਂ ਬ੍ਰਾਹਮਣ ਨੂੰ ਰੋਸ਼ਨੀ ਦੇਣੀ ਹੈ, ਦੂਜੇ ਨੂੰ ਨਹੀਂ ਦੇਣੀ, ਜਾਂ ਬੱਚੇ ਨੂੰ ਰੋਸ਼ਨੀ ਦੇਣੀ, ਕਿਸੇ ਨੂੰ ਭੇਦਭਾਵ ਕਰਦਾ, ਸਾਰਿਆਂ ਨੂੰ ਬਰਾਬਰ ਰੋਸ਼ਨੀ ਤਾਂ ਦੇ ਰਿਹਾ। ਇਹ ਹੈ ਆਦਿ ਦਾ ਨਿਯਮ, ਕੁਦਰਤ ਦਾ ਨਿਯਮ, ਆਦਿ ਧਰਮ ਦਾ ਨਿਯਮ। ਫਿਰ ਚੰਦਰਮਾ ਕਿਸੇ ਨਾਲ ਭੇਦਭਾਵ ਨਹੀਂ ਕਰਦਾ, ਫਿਰ ਬਰਾਬਰ ਦੇ ਰਿਹਾ। ਇਸੇ ਤਰ੍ਹਾਂ ਆਕਸੀਜਨ, ਆ ਪਿੱਛੇ ਜੇ ਕਰੋਨਾ ਦੇ ਵਿੱਚ ਵੀ ਹੋਇਆ, ਆਕਸੀਜਨ ਦਾ ਸਿਲੰਡਰ ਜਿਹੜਾ ਕਹਿੰਦੇ 4-5 ਹਜ਼ਾਰ ਦਾ ਸੀ, ਉਹ ਕਹਿੰਦੇ 60-60 ਹਜ਼ਾਰ ਚ ਵਿਕਿਆ। ਕੀ ਸੀ ਉਹ? ਆਪਾਂ ਨੂੰ ਕਿੰਨੀ ਮਿਲ ਰਹੀ ਹੈ ਹੁਣ ਆਕਸੀਜਨ? ਕੋਈ ਮੁੱਲ ਪਾ ਸਕਦੇ ਹਾਂ? ਆਕਸੀਜਨ ਸਾਰੇ ਲੈ ਰਹੇ ਨੇ, ਉਹਦੇ ਤੋਂ ਭੇਦਭਾਵ ਕਰ ਰਹੀ ਹੈ, ਲੇਕਿਨ ਬੰਦੇ ਨੇ ਉਹਦੇ ਹੱਥ ਚਾਹੀਦੇ ਉਹ 60-60 ਹਜ਼ਾਰ ਦਾ ਵਿੱਚ ਇੱਕ ਸਿਲੰਡਰ ਵੇਚਣ ਲੱਗ ਪਿਆ। ਧਰਮ ਕੀ ਹੈ? ਆਦਿ ਧਰਮ ਕੀ ਹੈ? ਕੁਦਰਤ ਨੇ ਸਾਨੂੰ ਇਹ ਦਿੱਤਾ। ਕੀ ਦਿੱਤਾ? ਆਕਸੀਜਨ ਦਿੱਤੀ, ਉਹ ਕਿਸੇ ਨਾਲ ਭੇਦਭਾਵ ਨਹੀਂ, ਸਾਰਿਆਂ ਨੂੰ ਬਰਾਬਰ ਮਿਲੇ। ਇਹ ਹੈ ਆਦਿ ਧਰਮ। ਇਸੇ ਤਰ੍ਹਾਂ ਜਿਹੜਾ ਆਪਾਂ ਜਾਤਾਂ ਵਿੱਚ ਵੰਡੇ ਗਏ, ਪਹਿਲਾਂ ਅਸੀਂ ਸ਼ੂਦਰਾਂ ਦੇ ਜਾਤਾਂ ਬਣ ਗਈਆਂ, ਫਿਰ ਅਸੀਂ ਪਛੜੀ ਸ਼੍ਰੇਣੀਆਂ ਜਿਹਨਾਂ ਨੂੰ BC ਕਿਹਾ ਗਿਆ, ਉਹਨਾਂ 'ਚ ਵੰਡਿਆ ਗਿਆ। ਇਹ ਸਿਰਫ ਤੇ ਸਿਰਫ ਸਾਨੂੰ ਕਮਜ਼ੋਰ ਕਰਨ ਵਾਸਤੇ ਵੰਡਿਆ ਗਿਆ। ਉਹ ਮੂਰਾ ਨੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 36
ਉਹਨਾਂ ਨੇ ਇਹਨਾਂ ਨੂੰ SC ST ਤੇ BC ਸਾਰਿਆਂ ਦੀ ਜਿਹੜੀ ID ਹੈ, ਸਾਰਿਆਂ ਦਾ ਮੈਂਬਰਸ਼ਿਪ ਹੈ, ਉਹਨਾਂ ਨੇ ਸ਼ੁਰੂ ਕੀਤੀ ਤਾਂ ਕਿ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਆ ਸਕੀਏ। ਹੁਣ ਇਹ ਕਦੋਂ ਆ ਸਕਦੇ ਆ? ਜਦੋਂ ਅਸੀਂ ਵੱਡਾ ਜਿਗਰਾ ਕਰਕੇ ਸਾਰਿਆਂ ਨੂੰ ਨਾਲ ਲਾਵਾਂਗੇ। ਨਾਲ ਕਿਵੇਂ ਲੈ ਸਕਦੇ ਆ? ਇਹ ਮੰਦਰ ਲਿਖਿਆ ਹੈ ਸ਼੍ਰੀ ਗੁਰਦਾਸ ਮੰਦਰ ਜੈਤੋ। ਕਿਸ ਦਾ ਮੰਦਰ ਹੈ? ਪ੍ਰਬੰਧਕ ਕਮੇਟੀ ਤੇ ਬੈਠੀ ਹੋਣੀ। ਕਿਸ ਦਾ ਮੰਦਰ? ਸ਼੍ਰੀ ਗੁਰਦਾਸ ਮੰਦਰ ਜੈਤੋ। ਜੈਤੋ ਨਾਲ ਜੈਤੋ ਲਿਖ ਦਿੱਤਾ। ਗੁਰਦਾਸ ਦਾ ਮੰਦਰ ਹੈ ਪਰ ਜੈਤੋ ਬਣਿਆ ਹੈ ਨਾਲ ਜੈਤੋ ਲਿਖ ਦਿੱਤਾ। ਇੱਥੇ ਕੋਈ ਦੂਜਾ ਆ ਕੇ ਪ੍ਰਬੰਧਕ ਨਹੀਂ ਬਣ ਸਕਦਾ। ਦੂਜਾ ਆ ਕੇ ਤੁਸੀਂ ਕਮੇਟੀ 'ਚ ਨਹੀਂ ਬਣ ਦੇਣਾ। ਇਹ ਸਾਡਾ ਹੈ, ਸਾਹਮਣੇ ਲਿਖਿਆ ਹੋਇਆ। ਬਣ ਸਕਦਾ ਕੋਈ? ਇੱਦਾਂ ਹੀ ਸੀ ਇੰਗਲੈਂਡ ਗਏ, ਉੱਥੇ ਲਿਖਿਆ ਬਰਮਿੰਘਮ ਵਲਵਰਹੈਂਪਟਨ ਜਿਹੜੇ ਸ਼ਹਿਰ 'ਚ ਗਏ। ਅਸੀਂ ਕਿਹਾ ਤਾਂ ਮਤਲਬ ਦੂਜਾ ਨਹੀਂ ਕੋਈ ਆ ਕੇ ਪ੍ਰਬੰਧ ਕਰ ਸਕਦਾ। ਕਹਿੰਦੇ ਬਿਲਕੁਲ ਜੀ, ਸਾਡੀ ਇੰਨੀ ਬਾਉਂਡਰੀ ਹੈ। ਇਹਦਾ ਮਤਲਬ ਤੁਸੀਂ ਗੁਰਦਾਸ ਸਾਹਿਬ ਦੇ ਮੰਦਰ ਨੂੰ ਆਪ ਮਾਲਕੀ ਸਮਝੋ ਵੀ ਤੋਂ ਵੱਧ ਕੋਈ ਇਹਦੇ ਚ ਆ ਕੇ ਸੇਵਾ ਨਹੀਂ ਕਰ ਸਕਦਾ। ਇਹ ਹੈ ਅਨਪੜ੍ਹਤਾ। ਹੋਣਾ ਇਹ ਚਾਹੀਦਾ ਸੀ ਭਾਈ ਇਹ ਸ਼੍ਰੀ ਗੁਰਦਾਸ ਸਾਹਿਬ ਦਾ ਮੰਦਰ ਹੈ, ਜਿਹੜਾ ਵੀ ਇਹਦੇ ਚ ਵੱਧ ਤੋਂ ਵੱਧ ਆ ਕੇ ਸੇਵਾ ਕਰ ਸਕਦਾ ਹੈ ਉਹ ਕਰੇ। ਕਿਹਦਾ ਹੈ? ਗੁਰਦਾਸ ਦਾ। ਲੇਕਿਨ ਇਹ ਸਾਡੀ ਅਨਪੜ੍ਹਤਾ ਜਿਸ ਕਰਕੇ ਅਸੀਂ ਗੁਰਦਾਸ ਸਾਹਿਬ ਨੂੰ ਛੋਟਾ ਕਰ ਜਾਂਦੇ ਹਾਂ। ਜਗਾੜ ਲਾਉਂਦੇ ਹਾਂ ਜਗਤ ਗੁਰਦਾਸ, ਲੇਕਿਨ ਬੰਨਿਆ ਮਹੱਲੇ ਵਿੱਚ, ਪਿੰਡ ਵਿੱਚ, ਸ਼ਹਿਰ ਵਿੱਚ। ਇਹ ਹੈ ਹੁਣ ਕਾਸ਼ੀ ਹੈ। ਕਾਸ਼ੀ ਜਿਹੜੀ ਹੈ ਕੀ ਇਕੱਲੇ ਜਿਹਨਾਂ ਨੂੰ ਚਮਾਰ ਕਿਹਾ ਗਿਆ ਉਹਨਾਂ ਦੀ? ਚਮਾਰਾਂ ਵਿੱਚ ਵੀ ਕੁਝ ਲੋਕਾਂ ਦੀ ਹੈ। ਖਵਾਲਗੜ੍ਹ ਹੈ ਕੀ ਇਕੱਲੇ ਚਮਿਆਰਾਂ ਦਾ ਔਰ ਉਹਦੇ ਵਿੱਚ ਵੀ ਕੁਝ ਲੋਕਾਂ ਦਾ? ਕਿਉਂ? ਗੁਰਦਾਸ ਮਹਾਰਾਜ ਦਾ। ਗੁਰਦਾਸ ਮਹਾਰਾਜ ਕੋਈ ਵੀ ਜਾ ਕੇ ਸੇਵਾ ਕਰੇ, ਕਿਸੇ ਦੇਸ਼ ਦਾ ਹੋਵੇ, ਉਹਦੀ ਉਹਦੇ ਵਿੱਚ ਆਸਥਾ ਹੋਵੇ। ਆਸਥਾ ਨਾਲ ਤੁਹਾਡੇ ਨਿਯਮ ਦੇ ਮੁਤਾਬਕ ਤੁਸੀਂ ਕਹਿੰਦੇ ਗੁਰਦਾਸ ਮਹਾਰਾਜ ਨੂੰ ਇਸ ਤਰ੍ਹਾਂ ਪੂਜਾ ਕਰਨੀ, ਤੁਹਾਡੀ ਪੱਧਤੀ ਹੈ, ਤੁਹਾਡਾ ਨਿਯਮ ਹੈ। ਉਸ ਨਿਯਮ ਨਾਲ ਆ ਕੇ ਅਗਰ ਕਰਦਾ ਤੁਹਾਨੂੰ ਕੀ ਤਰ੍ਹਾਂ ਹੋ ਸਕਦਾ? ਲੇਕਿਨ ਅਸੀਂ ਆਪਣੇ ਆਪ ਨੂੰ ਉਹੀ ਕੁਝ ਦਰਾ ਰਹੇ ਹਾਂ ਜਿਹੜਾ ਕੁਝ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨਾਲ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਦੀ ਸ਼੍ਰੋਮਣੀ ਕਮੇਟੀ ਨੇ ਕੀਤਾ। ਅਸੀਂ ਵੀ ਉਹ ਕੁਝ ਕਰਦੇ। ਆਓ ਆਪਾਂ ਖੁੱਲ ਕੇ ਵੱਡਾ ਜਿਗਰਾ ਕਰਕੇ, ਜੇਕਰ ਗੁਰਦਾਸ ਹੈ ਤਾਂ ਉਸ ਦੇ ਵਿੱਚ ਕੋਈ ਵੀ ਆ ਕੇ ਸੇਵਾ ਦੇ ਸਕਦਾ, ਕੋਈ ਵੀ ਆ ਕੇ ਮੈਂਬਰ ਬਣ ਸਕਦਾ ਹੈ। ਮੈਂਬਰ ਬਣੇਗਾ, ਤੁਸੀਂ ਕਿਹੜਾ ਤਨਖਾਹ ਦੇਣੀ, ਅਸੀਂ ਕਿਹੜਾ ਤਨਖਾਹ ਦੇਣੀ। ਆਓ ਆਪਾਂ ਇੱਕ ਪਲੇਟਫਾਰਮ ਤੇ ਆਈਏ। ਜੇਕਰ ਗੁਰਦਾਸ ਸਾਹਿਬ ਦੀ ਗੱਲ ਨੂੰ ਮੰਨਣਾ ਹੈ ਤੇ ਗੁਰਦਾਸ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਕਿਹਾ ਮੈਂ ਰਾਮ ਨਾਮ ਤਨ ਲਾਧਿਆ ਵਿਖਲਾ ਦੀ ਸੰਸਾਰ। ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵੱਡੀ ਗੱਲ ਕਹਿ ਦੇਣੀ ਕਿ ਕੇਵਲ ਤੇ ਕੇਵਲ ਮੈਂ ਰਾਮ ਨਾਮ ਨਾ ਕਰ, ਕੇਵਲ ਤੇ ਕੇਵਲ ਮੇਰੇ ਕੋਲ ਨਾਮਦਾਨ ਹੈ। ਇੰਨੀ ਵੱਡੀ ਗੱਲ ਕਹਿ ਦੇਣੀ ਉਸ ਸਮੇਂ ਜਦੋਂ ਪ੍ਰਸ਼ਾਦ ਨੂੰ ਭੇਟਾਂ ਸੀ ਕਿ ਕੇਵਲ ਤੇ ਕੇਵਲ ਮੇਰੇ ਕੋਲ ਨਾਮਦਾਨ ਹੈ ਵਿਖਲਾ ਦੀ ਸੰਸਾਰ। ਕਹਿੰਦਾ ਜਿਹੜਾ ਸੰਸਾਰ ਦੇ ਵਿੱਚ ਨਾ ਝੱਗੇ ਪਾਈ ਕੱਪੜੇ ਪਾਈ ਮੇਰੇ ਕੋਲ, ਕਹਿੰਦਾ ਸਾਰੇ ਦੇਖ ਹੁੰਦੀ ਜ਼ਹਿਰ। ਕਹਿੰਦਾ ਜ਼ਹਿਰ ਦੇਖ ਰਹੇ ਇਹਨਾਂ ਕੋਲ ਕਿਸੇ ਕੋਲ ਵੀ ਨਾਮ ਦੀ ਚੀਜ਼ ਨਹੀਂ, ਇਹਨਾਂ ਕੋਲ ਕਿਸੇ ਕੋਲ ਗਿਆਨ ਨਹੀਂ। ਐਡੀ ਵੱਡੀ ਗੱਲ ਕਹਿ ਦੇਣੀ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਦਰਜ ਕਰ ਦੇਣੀ। ਫਿਰ ਅੱਗੇ ਜਾ ਕੇ ਗੁਰੂ ਜੀ ਨੇ ਇੱਕ ਜਗ੍ਹਾ ਲਿਖਿਆ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਵਾਲਾ। ਕਹਿੰਦਾ ਇਹ ਰੱਬ ਕੋਈ ਕਿਸੇ ਦੀ ਪਿਓ ਦੀ ਜਾਇਦਾਦ ਜਿਹੜਾ ਕਹਿੰਦੇ ਇਹ ਨਾਂ ਨਹੀਂ ਲੈ ਸਕਦੇ, ਇਹ ਸ਼ੂਦਰ ਹੈ, ਇਹ ਰੱਬ ਦਾ ਨਾਂ ਨਹੀਂ ਲੈ ਸਕਦੇ। ਤੇ ਫਿਰ ਕਹਿੰਦੇ ਇੱਕ ਕਹਿੰਦਾ ਪੰਡਾ ਕਹਿੰਦਾ ਰੱਖ ਇੱਥੇ ਪੈਸੇ ਲੈ ਕੇ ਮੱਤ ਮਾਰਿਆ ਤਾਂ ਕਹਿੰਦਾ ਰੱਬ ਦੇ ਪਿਓ ਦਾ ਤਾਂ ਪੈਸੇ ਲੈ ਕੇ ਵੇਚ ਰਿਹਾ। ਇਹ ਗੱਲਾਂ ਗੁਰਦਾਸ ਸਾਹਿਬ ਨੇ ਉਸ ਸਮੇਂ ਕਹੀਆਂ। ਕ੍ਰਾਂਤੀਕਾਰੀ ਬਾਣੀ ਉਚਾਰਨ ਕੀਤੀ। ਗੁਰਦਾਸ ਸਾਹਿਬ ਨੇ ਮਧੂਮੱਖੀਆਂ ਵਾਂਗ ਸਾਨੂੰ ਖੜੇ ਹੋਣ ਦੀ ਗੱਲ ਕੀਤੀ। ਉਸ ਤਰ੍ਹਾਂ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਗੱਲ ਕੀਤੀ। ਬਾਬਾ ਸਾਹਿਬ ਨੇ ਉਸ ਗੱਲ ਨੂੰ ਦਿੱਤਾ ਪੜ੍ਹੋ। ਇਹ ਗੁਰੂ ਜੀ ਨੇ ਪੜ੍ਹਾਈ ਦੀ ਗੱਲ ਕੀਤੀ। ਪਤਾ ਸੀ ਇਹ ਬਾਣੀ ਨਹੀਂ ਸਮਝਾਉਣੀ, ਸਾਡੇ ਲੋਕਾਂ ਨੂੰ ਨਹੀਂ ਕਹਿੰਦਾ ਪੜ੍ਹੋ। ਇਕੱਠੇ ਹੋਣ ਦੀ ਗੱਲ ਕੀਤੀ। ਮਧੂਮੱਖੀਆਂ ਵਾਂਗ ਇਕੱਠੇ ਹੋ ਸੰਘਰਸ਼ ਦੀ ਗੱਲ ਕੀਤੀ, ਕੁਰਬਾਨੀ ਦੀ ਗੱਲ ਕੀਤੀ। ਗੁਰੂ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਹੀਨ ਬਕਰ ਖਾਕਿਓ ਕੰਟਿਓ ਰਾਧ ਕੀਓ ਬਵਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰੇ ਪਾਣੀ। ਹੁਣ ਗੁਰਦਾਸ ਸਾਹਿਬ ਨੇ ਇੱਕ ਸ਼ਬਦ ਸਾਡੇ ਵਾਸਤੇ ਕਰ ਦਿੱਤਾ। ਸਾਡੇ ਵਾਸਤੇ, ਸਾਡੇ ਤੋਂ ਭਾਵ ਹੈ ਧਾਰਮਿਕ ਬਾਬੇ, ਸਮਾਜਿਕ ਲੀਡਰ ਤੇ ਰਾਜਨੀਤਿਕ ਲੀਡਰ। ਹੁਣ ਗੁਰਦਾਸ ਸਾਹਿਬ ਕਹਿੰਦੇ ਵੀ ਹੈ ਸਮਾਜ ਦੇ ਆਗੂ ਜਾਂ ਨੇਤਾ ਲੋਕੋ ਆ ਸੰਗਤ ਨੇ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਹੈ। ਇਹ ਪੰਜਾਂ ਨੇ ਤੈਨੂੰ ਲੀਡਰ ਬਣਾ ਦਿੱਤਾ ਹੈ, ਕੌਂਸਲਰ, MLA ਜੋ ਕੁਝ ਵੀ ਲਾ ਲਓ। ਤੁਹਾਨੂੰ ਇੰਨਾ ਇਹਨਾਂ ਨੇ ਮਾਣ ਬਖਸ਼ਿਆ ਤੇ ਤੁਹਾਡੀ ਵੀ ਕੋਈ ਨਾ
ही है ਤੁਹਾਡੇ ਤੇ ਇੰਨੇ ਫੁੱਲ ਬਰਸਾਏ ਗਏ ਹੈ, ਇੰਨੇ ਹਾਰ ਪਾਏ ਗਏ ਹੈ, ਇੰਨੀਆਂ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਗਿਆ ਤੇ ਤੁਸੀਂ ਤੁਹਾਡੀ ਵੀ ਕੋਈ ਜਵਾਬਦੇਹੀ ਹੈ। ਕਦੋਂ ਕਹੇ ਕਿ ਗੁਰੂ ਜੀ 600 ਸਾਲ ਪਹਿਲਾਂ ਕਹਿੰਦੇ ਤੁਹਾਡਾ ਜੀਵਨ ਮੱਛੀ ਵਰਗਾ ਹੋਣਾ ਚਾਹੀਦਾ, ਮੀਨ ਪਕੜ। ਕਹਿੰਦੇ ਫਿਰ ਕਿਹੋ ਜਿਹਾ ਲੀਡਰ ਦਾ ਕਿਹੋ ਜਿਹਾ ਹੋਣਾ ਚਾਹੀਦਾ ਜੀਵਨ? ਕਹਿੰਦੇ ਮੱਛੀ ਵਰਗਾ ਹੋਣਾ ਚਾਹੀਦਾ, ਮੀਨ ਪਕੜ। ਮੱਛੀ ਪਕੜੀ ਗਈ, ਮੱਛੀ ਪਕੜੀ ਗਈ, ਉਸ ਨੂੰ ਛਿੱਲ ਦਿੱਤਾ। हम क्यों कहते हो कि हम फाड़ियां कर देती हैं, कांटे हो छोटे छोटे पीस कर देते हैं। रात की मानी एहो जिहियां भी रूह है कि अपने काम में चले मस्त हो गए, अपने शरीर की परवाह नहीं की। एहो जी बिरती आ जानी समाज के लिए ये किसी किसी चुनते हुक्म चंद जी बैठे बाबा जी, एहो जे संत होने चाहिए जिन्होंने समाज का दर्द है। हो सकता ਤੁਹਾਨੂੰ ਇਹਦੀ ਕੁਆਲਿਟੀ ਦਾ ਨਾ ਪਤਾ ਹੋਵੇ, ਹੋ ਸਕਦਾ ਮੈਂ ਕੱਲ ਨੂੰ ਇਲੈਕਸ਼ਨ ਖੜ ਜਾ, ਮੇਰੀਆਂ 5 ਭਜਾਈਆਂ ਮੈਨੂੰ ਇੱਕ ਵੀ ਵੋਟ ਨਾ ਪਾਉਣ, ਕਿਉਂਕਿ ਉਹ ਘਰ ਦਾ ਪਤਾ ਹੈ ਅੱਧਾ ਬੰਦਾ ਇਹਦੀ ਕੀ ਕੁਆਲਿਟੀ ਹੈ। ਇਦਾਂ ਹੀ ਕੰਮ ਹੋ ਸਕਦਾ ਇਹਦੀ ਕੁਆਲਿਟੀ ਦਾ ਨਾ ਪਤਾ ਹੋਵੇ, ਪਰ ਸਮਾਜ ਨੂੰ ਪਤਾ ਹੈ ਕਿ ਇਹਨੂੰ ਕੀ ਦੇਣਾ ਹੈ। ਤੁਹਾਨੂੰ ਪਤਾ ਹੈ ਕਿ ਅਸੀਂ ਰਾਤ ਤੁਹਾਡੇ ਮੁੱਕੇ ਵਿੱਚ ਚੱਲ ਕੇ ਆਏ ਹਾਂ, ਲੇਕਿਨ ਮੇਰੇ ਘਰ ਦੇ ਉਹ ਸ਼ਾਇਦ ਉਹਦਾ ਕਦਮ ਨਾ ਪਾਉਣ। ਇਸੇ ਤਰ੍ਹਾਂ ਤੁਸੀਂ ਸ਼ਾਇਦ ਉਹਦੀ ਕਦਮ ਨਾ ਪਾ ਸਕਦੇ ਇਹਨਾਂ ਦੀ, ਪਰ ਜੋ ਸਮਾਜ ਦੇ ਵਿੱਚ ਇਹਨਾਂ ਦਾ ਰੁਤਬਾ ਹੈ ਉਹ ਸ਼ਾਇਦ ਤੁਹਾਨੂੰ ਨਹੀਂ ਪਤਾ। ਇਸ ਕਰਕੇ ਆਪਾਂ ਇਹੋ ਜਿਹੇ ਲੋਕਾਂ ਨੂੰ ਆਪਾਂ ਸਮਾਜ ਦੇ ਵਿੱਚ ਇੱਕ ਗੱਲ ਹੁੰਦੀ ਹੈ ਜਿਹੜੇ ਦੁੱਖ ਸਮਝਦੇ ਆ। ਸਾਡੇ ਜਵਾਗੇ ਪੁਰਾਣੇ ਦਵਾਈ ਮਨਦੀਪ ਜੀ ਆਏ ਹੈ, ਅਸ਼ੋਕ ਜੀ ਆਏ ਹੈ, ਇਹ ਇੰਨੀ ਨੂੰ ਹੋਣਾ ਜਾਂ ਹੋਰ ਹੱਲ ਕਰ ਹੋਣਾ ਜਾਂ ਉਹ ਨਾਲ ਬੈਠੇ ਪਿੱਛੇ ਭਜਨ ਜੀ ਬੈਠੇ, ਤੁਹਾਡੇ ਵੀ ਬਹੁਤ ਸਾਰੇ ਬੈਠੇ ਜਿਹੜੇ ਇਧਰਬਾਦ ਵਸੀਆਂ ਬੀਬੀਆਂ ਕੋਟਪੁਰੇ ਵਾਲੀਆਂ ਆਈਆਂ। ਕਹਿਣ ਦਾ ਮੇਰਾ ਭਾਵ ਵੀ ਇਹ ਸਾਰੇ ਜਿਹੜੇ ਆਪਾਂ ਕਿਉਂ ਆਏ ਆ, ਸਿਰਫ ਆਪਣੇ ਮਨ ਦੇ ਵਿੱਚ ਇੱਕ ਗੱਲ ਹੈ ਕਿ ਚਲੋ ਯਾਰ ਆਪਾਂ ਨੂੰ ਤਾਂ ਪਤਾ ਲੱਗ ਗਿਆ ਕੁਝ ਹੋਰ ਜੋੜੀਏ, ਗੁਰੂ ਜੀ ਦੀ ਗੱਲ ਅੱਗੇ ਵਧੇ। ਕਿਉਂ? ਕਿਉਂਕਿ ਆਪਾਂ ਨੂੰ ਪਤਾ ਹੈ ਆਪਾਂ ਇੱਕ ਦਿਨ ਚਲੇ ਜਾਣਾ, ਆਪਾਂ ਇਹ ਸੰਸਾਰ ਛੱਡ ਜਾਣਾ। ਗੁਰਦਾਸ ਮਹਾਰਾਜ ਜੀ ਨੇ ਪ੍ਰਮਾਣ ਕੀਤਾ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਮੂਲ ਕਾ ਗਾਰਾ, ਹਾੜ ਮਾਸ ਨਾੜੀ ਤੋਂ ਪਿੰਜਰ, ਪੰਖੀ ਵਸੇ ਵਿਚਾਰਾ। ਹੁਣ ਤੁਸੀਂ ਟਾਈਲਾਂ ਮਿਲਦੇ ਨੇ, ਟਾਈਲਾਂ ਘਰਾਂ ਦੇ ਉੱਤੇ ਜੁੱਤੀਆਂ ਗੰਢਿਆਂ ਦੀ ਲਾਈਆਂ ਹੋਈਆਂ। ਗੁਰਦਾਸ ਮਹਾਰਾਜ ਜੀ ਨੇ ਤੁਸੀਂ ਟਾਈਲਾਂ ਲਾਈਆਂ, ਕਈ ਜਗ੍ਹਾ ਤੇ ਦੇਖਣਾ ਗੁਰੂ ਜੀ ਜੁੱਤੀਆਂ ਗੰਢ ਰਹੇ ਨੇ। ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਿਹਾ ਹੈ? जल की पीत पवन का थंबा, रक्त मुंद का गारा, हाड़ मास नाड़ी को पिंजर, पंखी बसे बचावा। गुरु अर्जन देव महाराज जी कहते भी इन्होंने आह गल कही है 600 साल पहला, केड़ी आ शरीर की बनतर दस दित्ती है। की बनतर दसी है? जल की पीत। कहते शरीर दे विच पानी की पीत की हुंदी है। पुराने समय में कंध हुंदी सी, मिट्टी को पुट के बनाउंदे सी, ਉਹ ਜਿਹੜੀ ਮਿੱਟੀ ਦੀ ਕੰਧ ਹੁੰਦੀ ਸੀ ਉਹ ਪੀਤ ਕਹਿੰਦੇ ਸੀ, ਸ਼ਾਇਦ ਹੁਣ ਵੀ ਕਹਿੰਦੇ ਹੋ ਕਿਸੇ ਪਾਸੇ। ਕਹਿੰਦੇ ਸਰੀਰ ਦੇ ਅੰਦਰ ਗੁਰਦਾਸ ਮਹਾਰਾਜ ਕਹਿੰਦੇ ਪਾਣੀ ਦੀ ਕੰਧ ਹੈ। ਇਹਦਾ ਮਤਲਬ ਡਾਕਟਰ ਸੀ ਉਸ ਸਮੇਂ, ਅੱਜ ਡਾਕਟਰ ਕਹਿੰਦਾ 70% ਪਾਣੀ ਹੈ ਸਰੀਰ ਵਿੱਚ, ਅੱਜ ਦਾ ਡਾਕਟਰ ਪੜ੍ਹ ਕੇ ਕਹਿ ਰਿਹਾ ਹੈ। ਤੇ ਗੁਰਦਾਸ ਮਹਾਰਾਜ ਜੀ ਉਦੋਂ ਗੁਰੂ ਸਾਹਿਬ ਦਰਜ ਕਰਾ ਕੇ 6 ਸਾਲ ਪਹਿਲਾਂ, ਇਹਦਾ ਮਤਲਬ ਜੁੱਤੀਆਂ ਕੱਢਦੇ ਸੀ, ਇਹਦਾ ਮਤਲਬ ਸਾਇੰਟਿਸਟ ਸੀ, ਇਹਦਾ ਮਤਲਬ ਵਿਗਿਆਨੀ ਸੀ, ਉਹ ਵਿਗਿਆਨਕ ਸੀ, ਵਿਗਿਆਨਕ ਸੀ ਔਰ ਖਾਂਦੇ ਪੀਂਦੇ ਘਰਾਣੇ ਦੇ ਸੀ। ਪੀੜੀ ਦਰ ਪੀੜੀ ਉਹਦਾ ਬਿਜ਼ਨਸ ਸੀ। ਮਾੜੇ ਬੰਦੇ ਨੂੰ ਅੱਜ ਨਹੀਂ ਕੋਈ ਲੱਗਣ ਦਿੰਦਾ। ਤੇ ਯੂਪੀ ਦੇ ਵਿੱਚ ਉਹ ਜੇਕਰ ਆਪਾਂ ਕਹੀਏ ਕਿ ਉਹ ਕੋਈ ਛੋਟੀ ਮੋਟੀ ਪਾਵਰ ਸੀ, ਉਹ ਤੇ ਖੁਦ ਭਗਵਾਨ ਸੀ। ਭਗਵਾਨ ਦੇ ਆ ਕੇ ਉਹਨੇ ਆਪਣਾ ਤਾਰਾ ਕਰਨਾ ਸੀ, ਲੇਕਿਨ ਸਾਨੂੰ ਫੇਰ ਉਹੀ ਚੀਜ਼ ਕਰ ਦਿੱਤੀ। ਕਿਹੜੀ ਕਰ ਦਿੱਤੀ? ਉਹ ਜੁੱਤੀਆਂ ਕੱਢਣ ਦੀ ਫੋਟੋ ਲਾ, ਤਾਂ ਕਿ ਸਾਡੀ ਮਾਨਸਿਕਤਾ ਉਹੀ ਬਣੀ ਰਹੇ। ਭਗਵਾਨ ਵਾਲਮੀਕ ਮਹਾਰਾਜ ਦੇ ਹੱਥ ਵਿੱਚ ਕਿਤੇ ਵੀ ਫੋਟੋ ਦੇਖੋ, ਉਹਦੇ ਚ ਕਲਮ ਹੈ। ਬਾਬਾ ਸਾਹਿਬ ਨੇ ਕਿਹਾ ਕਲਮ ਨਾਲ ਸਭ ਕੁਝ ਹੋ ਸਕਦਾ। ਬਾਬਾ ਜੀ ਨੇ ਕਿਹਾ ਸੀ ਵਾਇਲੈਂਟ ਨਹੀਂ ਹੋਣਾ ਚਾਹੀਦਾ, ਕਿ ਸਾਨੂੰ ਵਾਇਲੈਂਟ ਨਹੀਂ ਕਰਨਾ ਚਾਹੀਦਾ, ਸਾਨੂੰ ਬੜਾ ਗੁੱਸਾ ਨਹੀਂ ਦਿਖਾਉਣਾ ਚਾਹੀਦਾ, ਕਿਸੇ ਹੱਦ ਤੱਕ ਨਹੀਂ ਦਿਖਾਉਣਾ ਚਾਹੀਦਾ। ਪਰ ਜੇ ਸਾਡੀ ਪੱਗ ਨੂੰ ਹੀ ਹੱਥ ਪੈ ਜਾਵੇ, ਜੇ ਸਾਡੀ ਇੱਜ਼ਤ ਨੂੰ ਹੀ ਹੱਥ ਪੈ ਜਾਵੇ, ਤੇ ਫਿਰ ਸਾਡੇ ਕੋਲ ਕੰਟਰੋਲ ਹੋਏਗਾ। हाँ, गुरुदास महाराज ने गल जरूर कही है कि जिन्हें तुहाडे ते हमला कर दिता है, मधुमक्खियां नूं सिख लो। जे वो तौबा कर दिंदा है, हथ खड़े कर दिंदा है, सरैंडर कर दिंदा है, जमीन ते मुर्दा लेट जाता है, ते मधुमक्खियां फिर माफ कर दिंदियां। जदों हमला करने वाला जमीन ते लेट जाता है ना, आत्म समर्पण करता है, तो मधुमक्खियां उठ के फिर अटैक नहीं करदियां। इदां ही हमला करने वाला जे तौबा कर लैंदा है, हथ खड़े कर दिंदा, अगे तो मैं नहीं करांगा, ते सानूं माफ कर देना चाहिए उस केस में। इस करके असीं गुरबाणी नूं मुख मनना, गुरदास महाराज की गल मनना, ते अज इस चीज़ को रोकने वास्ते
ਆਪਣੇ ਕੋਲ ਇੱਕ ਅਖਬਾਰ ਹੈ। ਇਹ ਜਿਹੜੀ ਅਖਬਾਰ ਹੈ ਇਹ 150 ਰੁਪਇਆ ਸਾਲ ਦਾ ਹੈ। ਇਹ ਅਖਬਾਰ ਨਹੀਂ ਹੈ, ਇੱਕ ਮੈਗਜ਼ੀਨ ਹੈ। ਇਹਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹ ਬੁੱਧੀਜੀਵੀਆਂ ਵੱਲੋਂ ਛਾਪਿਆ ਜਾ ਰਿਹਾ। ਨਵੇਂ ਸਾਲ ਤੇ ਆਪਾਂ ਇੱਕ ਅਪੀਲ ਕੀਤੀ ਹੈ ਸੰਗਤ ਨੂੰ, ਜਿਹੜੀ ਲਗਾਤਾਰ ਸਾਰਾ ਸਾਲ ਜਾਰੀ ਰਹੇਗੀ। ਪਹਿਲਾਂ ਆਪਾਂ ਕਿਹਾ ਸੀ ਕਿ ਉੱਥੇ ਲੰਗਰ ਲਾਓ, ਉੱਥੇ ਲੰਗਰ ਇੰਨੇ ਲੱਗਣ ਲੱਗ ਗਏ ਵੀ 365 ਦਿਨ ਹੈ ਤੇ 13,000 ਪਿੰਡ ਹੈ ਤੇ 13,000 ਹੀ ਮਹੱਲੇ ਉਹਨੇ ਇਕੱਲੇ ਪੰਜਾਬ ਦੇ, ਹਿਮਾਚਲ, ਹਰਿਆਣਾ, ਜੰਮੂ ਛੱਡ ਦਈਏ, ਯੂਪੀ ਨੂੰ, ਤੇ ਉਹ 365 ਦਿਨਾਂ ਤੋਂ ਬਾਅਦ ਹੋਰ ਕੌਣ ਕੀ ਕਰੇਗਾ? ਲੰਗਰ 2 ਲੱਗ ਜਾਣਗੇ, 3 ਲੱਗ ਜਾਣਗੇ, ਬਾਕੀ ਕਿੱਥੇ ਜਾਣਗੇ ਪਿੰਡ? ਉਹਨਾਂ ਨੂੰ ਆਪਾਂ ਕਿਹਾ ਵੀ ਭਾਈ ਹੁਣ ਪ੍ਰਮੋਟ ਹੋ, UKG ਚੋਂ ਬਾਹਰ ਆਓ, LKG ਚੋਂ ਬਾਹਰ ਆਓ, ਥੋੜੀ ਅੱਗੇ ਕਲਾਸ ਵਧਾਓ। ਹੁਣ ਲੰਗਰ ਕਿਹਦਾ ਲਾਉਣਾ ਹੈ? ਵਿਦਿਆ ਦਾ, ਗਿਆਨ ਦਾ, ਪੜ੍ਹਾਈ ਦਾ। ਕਿਹੜੀ ਪੜ੍ਹਾਈ? ਜਿਹੜੀ ਆਪਾਂ ਨੂੰ ਅਧਿਆਪਕ ਬਾਰੇ ਵੀ ਦੱਸੇਗੀ, ਸਮਾਜ ਬਾਰੇ ਵੀ ਦੱਸੇਗੀ, ਰਾਜਨੀਤਿਕ ਵੀ ਦੱਸੇਗੀ। ਜੋ ਸਾਡੀਆਂ ਮੁੱਖ ਲੋੜਾਂ ਉਹਨਾਂ ਬਾਰੇ ਇੱਥੇ ਦੱਸੇਗੀ। ਉੱਥੇ ਗੁਰਦਾਸ ਮਹਾਰਾਜ ਦੀ, ਗੁਰੂ ਕਬੀਰ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਆਪਾਂ ਨੂੰ ਪਤਾ ਲੱਗੇਗਾ, ਆਪ ਧਰਮ ਬਾਰੇ ਪਤਾ ਲੱਗੇਗਾ। ਇਸ ਅਖਬਾਰ ਨੂੰ 150 ਰੁਪਇਆ ਇਹਦਾ ਸਾਲ ਹੈ। ਲੇਕਿਨ ਜਦੋਂ ਅਸੀਂ ਡਾਕ ਵਿੱਚ ਭੇਜਦੇ ਹਾਂ ਪਹੁੰਚਦੀ ਨਹੀਂ। ਅਸੀਂ ਫਿਰ ਇਸ ਸਾਲ ਮੀਟਿੰਗਾਂ ਕਰਕੇ, ਵਿਚਾਰ ਕਰਕੇ ਇਹ ਫੈਸਲਾ ਲਿਆ ਕਿ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਸਾਲ ਤੁਸੀਂ ਲੰਗਰ ਪ੍ਰਚਾਰ ਵੱਲ ਆਓ ਤੇ ਉਹਦੇ ਵਿੱਚ ਕੀ ਕਰਨਾ ਹੈ? 1000 ਪਿੰਡ ਆਪਾਂ ਸ਼ੁਰੂ ਦੇ ਵਿੱਚ ਲਿਆ। 1000 ਪਿੰਡ ਦੇ ਵਿੱਚੋਂ ਇੱਕ ਮਰਜੀਵੜਾ ਜਿਹੜਾ ਹੈ ਉਹ ਸਾਡੇ ਨਾਲ, ਅਸੀਂ ਉਹਨਾਂ ਨਾਲ ਸੰਪਰਕ 'ਚ ਰਹਾਂਗੇ। ਔਰ ਉਸ ਦਾ ਕੰਮ ਕੀ ਹੈ? ਉਹਨੂੰ 60 ਅਖਬਾਰਾਂ ਘਰੇ ਆ ਜਾਣਗੀਆਂ, ਉਹ 60 ਅਖਬਾਰਾਂ ਪਿੰਡ ਦੇ ਵਿੱਚ ਵੰਡੇਗਾ। ਔਰ ਉਹਦਾ ਕੰਮ ਕੀ ਹੈ? ਕੋਈ ਜਾਨ ਨਹੀਂ ਦੇਣੀ, ਕੋਈ ਪੈਸਾ ਨਹੀਂ ਲਾਉਣਾ। ਉਹਨੇ 150 ਰੁਪਏ ਆਪਣਾ ਤੇ ਬਾਕੀ 60 ਘਰਾਂ ਤੋਂ 150 ਰੁਪਏ ਇਕੱਠਾ ਕਰਕੇ ਅਖਬਾਰ ਦਾ ਜਮ੍ਹਾਂ ਕਰਵਾਉਣਾ ਸਾਲ ਚੈੱਕ ਤੇ 12 ਵਾਰੀ ਉਹਨੇ ਆਪਣੇ ਪਿੰਡ ਵਿੱਚ ਅਖਬਾਰ ਲਾਉਣੀ। ਹੁਣ ਸਾਡੇ ਕੋਲ ਕਿੰਨੇ ਹੀ ਲੋਕ ਤੁਰੇ ਫਿਰਦੇ, ਬਾਬਾ ਜੀ ਬਾਬਾ ਜੀ, ਕਿਹਾ ਯਾਰ ਚਾਹੂਸੀ ਨਾ ਅਸੀਂ ਕਰਦੇ ਆ, ਨਾ ਸਾਨੂੰ ਚੰਗੀ ਲੱਗਦੀ। ਹੁਣ ਤੁਸੀਂ 1000 ਬਣਾ ਕੇ ਆਓ, ਜਿਹੜਾ ਕਹਿੰਦਾ ਕਿ ਪਿੰਡ ਚੋਂ ਵੀ ਅਸੀਂ ਪਿੰਡ ਦੇ ਵਿੱਚ 60 ਅਖਬਾਰਾਂ ਬਣਾਉਣਾ, ਉਹਦੇ ਨਾਲ ਕੀ ਹੋਏਗਾ? 60 ਅਖਬਾਰਾਂ ਨਾਲ ਕੀ ਹੋਏਗਾ? ਜਿਹਦੇ ਵਿੱਚ 100 ਪਿੰਡ ਬਣ ਗਿਆ। ਅੱਜ ਤੀਜਾ ਮਹੀਨਾ ਚੱਲ ਰਿਹਾ, 3 ਮਹੀਨਿਆਂ ਵਿੱਚ 100 ਪਿੰਡ ਦੇ ਵਿੱਚ ਇਹ ਜਾਣ ਲੱਗ ਪਈ ਹੈ 60 ਅਖਬਾਰਾਂ। ਇਹਦੇ ਨਾਲ ਕੀ ਹੋਏਗਾ ਕਿ 60 ਘਰਾਂ ਦੇ ਵਿੱਚ ਅਖਬਾਰ ਜਾਏਗੀ ਤੇ ਉਹਨਾਂ ਨੂੰ ਪਤਾ ਲੱਗੇਗਾ ਆਪਾਂ ਕਰਨਾ ਕੀ ਚਾਹੁੰਦੇ। ਇਹਦਾ ਫਿਰ ਸੋਨੇ ਦਾ ਮੈਡਲ ਰੱਖਿਆ ਇਨਾਮ, ਬਈ ਆਪਾਂ ਇਹਦਾ ਇਮਤਿਹਾਨ ਲਵਾਂਗੇ ਸਾਲ ਬਾਅਦ, ਬੱਚਿਆਂ ਨੂੰ ਪੁੱਛਾਂਗੇ ਇਹਦੇ ਵਿੱਚ ਜੋ ਲਿਖਿਆ ਹੈ ਗੁਰਦਾਸ ਮਹਾਰਾਜ ਜੀ ਮੰਨ ਲਓ ਵੀ ਕਿੱਥੇ, ਕਿਹੜੇ ਸਨ 'ਚ ਅਵਤਾਰ ਧਾਰਨ ਕੀਤਾ ਜਾਂ ਉਹ ਕਿੱਥੇ ਕਿੱਥੇ ਗਏ, ਉਹਨਾਂ ਸਥਾਨਾਂ ਬਾਰੇ ਜਾਣਕਾਰੀ ਉਹਦੇ 'ਚੋਂ ਸਵਾਲ ਪੁੱਛੇ ਜਾਣਗੇ। ਔਰ ਜਿਹੜਾ ਇਹਦੇ ਵਿੱਚੋਂ ਫਸਟ ਆਏਗਾ ਉਹਨੂੰ ਸੋਨੇ ਦਾ ਤਗਮਾ। ਇਸ ਤਰ੍ਹਾਂ ਦਰਜਾ ਬਦਰਜਾ 100 ਇਨਾਮ ਆਪਾਂ ਰੱਖੇ ਤਾਂ ਕਿ ਬੱਚੇ ਇਹਦੇ ਬਾਰੇ ਜਾਣਕਾਰੀ ਰੱਖ ਸਕਣ। ਔਰ ਆਪਣਾ ਕੀ ਰੱਖਣਾ? 150 ਰੁਪਏ। ਹੁਣ ਇਹਦਾ ਅੱਗੇ ਕੀ ਲਾਭ ਹੋਏਗਾ? ਜੇਕਰ ਆਪਾਂ ਇਹ ਅਖਬਾਰ ਪਿੰਡ ਦੇ ਵਿੱਚ 60 ਜਣੇ ਪੜ੍ਹਨ ਲੱਗੇ, ਇੱਕ ਜਿਹੜਾ 60 ਘਰਾਂ ਦਾ ਤਾਲਮੇਲ ਕਰ ਗਿਆ ਤੇ ਫਿਰ ਆਪਾਂ ਉਹਨੂੰ ਕਹਾਂਗੇ ਵੀ 60 ਘਰਾਂ ਨੂੰ ਆਪਣੇ ਨਾਲ ਜੋੜੋ। ਜੇ ਇੱਕ ਘਰ ਵਿੱਚ 5 ਮੈਂਬਰ ਹੈ ਤਾਂ 60 ਘਰਾਂ ਦੇ 300 ਮੈਂਬਰ ਹੋ ਗਏ। ਉਹ ਸਾਡਾ ਪੰਚਾਇਤ ਮੈਂਬਰ ਦਾ ਘਰੇ ਪਿੰਡ ਬਣ ਗਿਆ। ਇੱਕ ਬੰਦਾ ਪੰਚਾਇਤ 1000 ਬੰਦਾ ਪੰਚਾਇਤ ਮੈਂਬਰ ਬਣ ਗਿਆ ਤੇ 300 ਦੇ ਨਾਲ 3 ਲੱਖ ਬੰਦਾ ਇਸ ਅਖਬਾਰ ਨਾਲ ਜੁੜ ਜੇ। ਤੇ ਜੇ ਆਪਾਂ ਕਹਾਂਗੇ ਦਾਜ ਨਹੀਂ ਲੈਣਾ, ਜਦੋਂ ਆਪਣੇ 3 ਲੱਖ ਬੰਦਾ ਜੁੜ ਗਿਆ ਆਪਾਂ ਪਾਸ ਕਰਾਂਗੇ ਵੀ ਭਾਈ ਲੜਕੀ ਨੂੰ ਵਿਦਿਆ ਦੇਣੀ ਹੈ, ਨਾ ਦਾਜ ਦੇਣਾ ਨਾ ਲੈਣਾ ਹੈ। ਜਦੋਂ 3 ਲੱਖ ਨੇ ਫੈਸਲਾ ਕਰ ਲਿਆ ਤੇ ਕਿਉਂ ਆਪੇ ਬਣ ਗਏ? ਕਿਉਂ ਅਸੀਂ ਆ ਬੀਬੀਆਂ ਬੈਠੀਆਂ, ਕਿਉਂ ਅਸੀਂ ਆਪ ਹੀ ਬੀਬੀਆਂ ਹੋ ਗਏ ਆਪਣੀ ਨੂੰਹ ਤੇ ਤੇਲ ਪਾਈ ਜਾਂਦੀਆਂ? ਕੇਸ ਹੋ ਰਹੇ ਕਿਤੇ ਨੂੰਹ ਹੈ ਉਹ ਆਪਣੀ ਸੱਸ ਨੂੰ ਤੰਗ ਕਰ ਰਹੀ ਹੈ, ਬਾਹਰ ਕੱਢਣ ਦੀ ਕਰੋ। ਇਹ ਸਾਰਾ ਕੁਝ ਬੰਦ ਹੋ ਸਕਦਾ ਹੈ। ਸਾਡੇ ਘਰ ਵਿੱਚ ਖੁਸ਼ਹਾਲੀ ਆ ਸਕਦੀ ਹੈ, ਬੇਗਮਪੁਰੇ ਵਿੱਚ ਗੱਲ ਜਾ ਸਕਦੀ ਹੈ ਜਦੋਂ ਸਾਡਾ 1 ਸਾਲ ਦੇ ਵਿੱਚ 3 ਲੱਖ ਮੈਂਬਰ ਇਸ ਅਖਬਾਰ ਦੇ ਨਾਲ ਜੁੜ ਗਿਆ, ਇਹਨੂੰ ਪੜ੍ਹਨ ਲੱਗ ਗਿਆ। ਅਗਲੇ ਸਾਲ ਆਪਾਂ 1000 ਹੋਰ ਜੋੜਾਂਗੇ, 6 ਲੱਖ ਬੰਦਾ ਹੋ ਗਿਆ। ਤੇ ਇਹਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਅਸੀਂ ਤਾਂ 12 ਸਾਲ ਦੇ ਹੋ ਗਏ ਹਾਂ, ਲੇਕਿਨ ਆਉਣ ਵਾਲੀ ਪੀੜ੍ਹੀ ਨੂੰ ਕੁਝ ਨਾ ਕੁਝ ਆਪਾਂ ਦੇ ਕੇ ਜਾਈਏ ਜਿਹਦੇ ਨਾਲ ਸਾਡਾ ਪਲੇਟਫਾਰਮ ਸਟਰੋਂਗ ਬਣੇ ਔਰ ਵਿਦਿਆ ਵਾਲਾ ਬਣੇ। ਇਹ ਨਹੀਂ ਕਿ ਸਾਨੂੰ ਥੋੜ੍ਹਾ ਜਿਹਾ ਕਿਸੇ ਨੇ ਲਾਲਚ ਦਿੱਤਾ ਤੇ ਅਸੀਂ ਕਿਸੇ ਪਾਸੇ ਦੂਜੇ ਪਾਸੇ ਪਹੁੰਚ ਜਾਈਏ। ਉਹ ਕਦੋਂ ਰੁਕੇਗਾ? ਜਦੋਂ ਅਸੀਂ ਇਹਦੇ ਨਾਲ ਪ੍ਰੈਕਟੀਕਲੀ ਜੁੜਾਂਗੇ। ਇਸ ਕਰਕੇ ਅਸੀਂ ਆਪ ਨੂੰ ਅਪੀਲ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਤੇ ਗੁਰਦਾਸ ਮਹਾਰਾਜ ਦਾ ਇਹ ਕਰਨ ਦਾ ਇਹ ਸੰਦੇਸ਼ ਹੀ ਹੈ, ਹੁਕਮ ਵੀ ਹੈ ਵੀ ਤੁਸੀਂ 9000 ਰੁਪਇਆ ਸਾਲ ਦਾ ਬਣਦਾ। ਲੇਕਿਨ ਇਹ 9000 ਰੁਪਇਆ ਕੋਲੋਂ ਦੇ ਕੇ ਵੀ ਬਹੁਤ ਸਾਰੇ ਬੰਦੇ ਤਿਆਰ ਹੈ। ਅਸੀਂ ਕਹਿੰਦੇ ਨਹੀਂ,
ਫਿਰ ਇਹ ਕੰਡੀਸ਼ਨ ਨਹੀਂ ਬਣੀ, ਫਿਰ ਪੈਸਾ ਹੋ ਜਾਏਗਾ। ਆਪਾਂ ਪੈਸਾ ਨਹੀਂ ਆਪਣੇ ਬੱਚੇ ਨੂੰ ਪੜਾਉਣਾ। ਜਿੱਦਾਂ ਸਕੂਲ ਦੇ ਵਿੱਚ ਆਪਾਂ ਬੱਚੇ ਨੂੰ ਹਰ ਹਾਲਤ ਵਿੱਚ ਭੇਜਦੇ ਹਾਂ, ਇਸ ਤਰ੍ਹਾਂ ਹਰ ਹਾਲ ਵਿੱਚ ਆਪਾਂ ਇਹ ਪਰਿਵਾਰ ਦੇ ਵਿੱਚ ਇਹ ਸਿਖਲਾਈ ਨੂੰ ਪੜਾਉਣਾ। ਇਹ ਜਿਹੜੀ ਹੈ ਜ਼ਰੂਰੀ ਹੈ। ਤੇ ਅੱਜ ਦੇ ਸਤਸੰਗ ਦੇ ਵਿੱਚ ਆਪਾਂ ਨੂੰ ਲਾਭ ਤਾਂ ਹੀ ਹੈ, ਗੁਰੂ ਮਹਾਰਾਜ ਨੇ ਕਿਹਾ ਗੁਰਮੁਖੀਆਂ ਜਿਹੜੀਆਂ ਜਦੋਂ ਸਵੇਰੇ ਉੱਠਦੀਆਂ ਸਿੱਧੀਆਂ ਛੱਤੇ ਤੇ ਜਾਂਦੀਆਂ ਤੇ ਵਾਪਸ ਸਿੱਧੀਆਂ ਛੱਤੇ ਤੇ ਆਉਂਦੀਆਂ। ਸਾਨੂੰ ਵੀ ਹੁਕਮ ਹੈ ਜਦੋਂ ਕੰਮ ਤੇ ਜਾਈਏ ਤੇ ਘਰੋਂ ਸਿੱਧੇ ਕੰਮ ਤੇ ਜਾਈਏ ਤੇ ਸਿੱਧੇ ਵਾਪਸ ਆਈਏ। ਰਾਹ ਵਿੱਚ ਬੜੇ ਪੁੱਠੀਲੇ ਸ਼ਰਾਬ ਦੇ ਗੋਲੀਆਂ ਦੇ ਨਸ਼ੇ ਦੁਕਾਨਾਂ ਹੈ। ਗੁਰੂ ਦਾਸ ਮਹਾਰਾਜ ਜੀ ਫਰਮਾਨ ਕਰਦੇ ਗੁਰਮੁਖੀਆਂ ਨੂੰ ਸਿੱਖ ਲਓ। ਕਹਿੰਦੇ ਵੀ ਜਿਹੜੇ ਉਹ ਵੇਚ ਰਹੇ ਹੈ ਉਹਨਾਂ ਦੇ ਨਾਲ ਨਸ਼ਾ ਤਾਂ ਕੀ ਕਰਨਾ ਹੈ, ਉਹਨਾਂ ਨਾਲ ਬਚਨ ਬਲਾਸ ਵੀ ਨਹੀਂ ਕਰਨਾ। ਗੁਰੂ ਦਾਸ ਮਹਾਰਾਜ ਕਹਿੰਦੇ ਕਿਵੇਂ? ਜਿਵੇਂ ਮਧੂਮੱਖੀਆਂ ਹੁੰਦੀਆਂ ਸੀ, ਰਸਤੇ 'ਚ ਬੜੇ ਗੰਦਗੀ ਦੇ ਢੇਰ ਸੀ। ਕਹਿੰਦੇ ਉਹਨਾਂ ਨੇ ਗੰਦਗੀ ਦੇ ਢੇਰਾਂ ਤੇ ਕੀ ਪੈਣਾ ਸੀ? ਗੰਦੀਆਂ ਮੱਖੀਆਂ ਦੀ ਸੰਗਤ ਵੀ ਨਹੀਂ। ਤੇ ਫਿਰ ਆਪਾਂ ਅੱਜ ਇਹ ਫੈਸਲਾ ਕਰੀਏ ਕਿ ਆਪਾਂ ਇਹ ਜਿਹੜੇ ਨਸ਼ੇ ਹੈ ਰਸਤੇ ਜਾਂਦੇ ਆ, ਬਿਲਕੁਲ ਆਪਾਂ ਇਹ ਗੰਦੇ ਨਸ਼ੇ ਨਹੀਂ ਕਰਨਾ। ਨਸ਼ਾ ਆਪਾਂ ਵਿਦਿਆ ਦਾ ਕਰਨਾ, ਨਸ਼ਾ ਆਪਾਂ ਨਾਮ ਦਾ ਕਰਨਾ। ਨਾਮ ਵਾਲੀ ਨਾਮ ਚੜੀ ਰਹੇ ਤੇ ਰਾਤ ਕਹਿੰਦੇ ਨਾ ਜਿੰਨੇ ਨਸ਼ੇ ਜਹਾਨ ਦੇ ਉਤਰ ਜਾਣ ਪ੍ਰਭਾਵ, ਨਾਮ ਹਮਾਰੀ ਨਾਮ ਦਾ ਚੜੀ ਰਹੇ ਤੇ ਰਾਤ। ਆਪਾਂ ਨਾਮ ਦਾ, ਵਿਦਿਆ ਦਾ, ਗਿਆਨ ਦਾ ਨਸ਼ਾ ਲਈਏ ਤੇ ਫਿਰ ਅੱਜ ਦੇ ਵਿੱਚ ਆਪਾਂ ਛੱਡੀਏ ਨਸ਼ੇ ਤੇ ਛੱਡੀਏ ਦਾਜ ਦੇਈਏ ਲੈਣਾ ਦੇਣਾ। ਤੇ ਕਰਨਾ ਕੀ ਹੈ? ਕਰਨਾ ਆਪਾਂ ਵਿਦਿਆ ਪੜ੍ਹਾਈ ਤੇ ਜੋ ਦਈਏ। ਤੇ ਫਿਰ ਆਪਾਂ ਨੂੰ ਪ੍ਰਬੰਧਕ ਜਿਹੜੇ ਹੈਗੇ ਆਪਣੇ ਇਤਨੇ ਪ੍ਰਬੰਧਕ ਹੈ ਜਿਨ੍ਹਾਂ ਨੇ ਇਤਨਾ ਵੱਡਾ ਉਪਰਾਲਾ ਕੀਤਾ, ਜਿਨ੍ਹਾਂ ਦੇ ਵਿੱਚ ਡਾਕਟਰ ਸਾਹਿਬ ਹੈ, ਜਿਨ੍ਹਾਂ ਨੇ ਦੇਖੋ ਕਿੰਨੀ ਮਿਹਨਤ ਕੀਤੀ ਹੈ। ਸ਼੍ਰੀ ਗੁਰਦਾਸ ਭਲਾਈ ਸਭਾ ਗੁਰੂ ਘਰ ਦੇ ਪ੍ਰਧਾਨ ਡਾਕਟਰ ਪ੍ਰੇਮ ਕੁਮਾਰ ਜੀ, ਵਿੱਕੀ ਕੈਮਰਾਮੈਨ, ਨਿਸ਼ਾ ਗੰਗਾ, ਸ਼ਿੰਦਰਪਾਲ ਕੌਰ, ਸ਼ਿੰਦਰਪਾਲ, ਪਵਨ ਕੁਮਾਰ, ਜਗਦੀਸ਼ ਰਾਏ, ਹਰੀਸ਼ ਕੁਮਾਰ, ਅਸ਼ੋਕ ਕੁਮਾਰ, ਕੀਰਤਨ, ਧਰਮਪਾਲ, ਸਮੂਹ ਸ਼੍ਰੀ ਗੁਰਦਾਸ ਨਾਮ ਸੰਗਤ ਤੇ ਨਾਲ ਸਾਡੇ ਜਿਹੜੇ ਸਾਰੇ ਕੋਟਪੁਰਾ ਤੋਂ ਆਏ, ਫਾਜ਼ਿਲਕਾ ਤੋਂ ਆਏ, ਬਾਘਾਪੁਰਾਣਾ ਤੋਂ ਆਏ, ਨਿਰਮਾ ਤੋਂ ਆਏ, ਸੂਰਪੁਰੀ, ਉਹ ਜਿੰਨੇ ਜਗ੍ਹਾ ਤੋਂ ਤੁਸੀਂ ਆਏ ਹੋ, ਪਲੱਸ ਜੈਤੋਂ ਦੀ ਇੱਥੋਂ ਦੀ ਸੰਗਤ ਸਾਰਿਆਂ ਲਈ ਇਹ ਗੁਰੂ ਦਾਸ ਮਹਾਰਾਜ ਜੀ ਜਿਹੜੇ ਹੈ ਅੱਜ ਤੁਹਾਡਾ ਇਹ ਹਾਜ਼ਰੀ ਜਿਹੜੀ ਹੈ ਉਹ ਪ੍ਰਵਾਨ ਕਰਨ ਦੇਖੇ ਲਾਉਣ, ਤੁਹਾਨੂੰ ਮਨ ਦੇ ਫਲ ਬਖਸ਼ਣ, ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣ। ਅਸੀਂ ਵੀ ਆਨੰਦ ਯਾਤਰਾ ਮਿਸ਼ਨ ਵੱਲੋਂ ਸ਼੍ਰੀ ਗੁਰੂ ਦਾਸ ਇਤਿਹਾਸਕ ਧਰਮ ਸਥਾਨ ਚਰਨ ਛੋਹ ਗੁਰਦਾਸਪੁਰ ਸੱਚਖੰਡ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਇਹ ਜੋ ਅਖਬਾਰ ਹੈ ਇਸ ਨੂੰ ਤੁਸੀਂ ਆਪਣਾ ਇਹ ਫਰਜ਼ ਸਮਝੋ ਤੇ ਸਾਰੇ ਨਾਲ ਲਾਓ। ਮੇਰੇ ਨਾਲ ਵੀ ਸਾਡੇ ਲਹਿਰਾ ਗਾਗਾ ਤੋਂ ਭਾਈ ਸੁਖਚੈਨ ਸਿੰਘ ਜੀ ਪ੍ਰਚਾਰਕ ਤੇ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਪੱਟੀ ਲੁਧਿਆਣਾ ਤੋਂ ਨਾਲ ਆਏ ਹੈ। ਸੋ ਇਸੇ ਤਰ੍ਹਾਂ ਭਾਗਵਤ ਸਿੰਘ ਜੀ ਆਏ ਹੈ। ਸਾਰਿਆਂ ਦਾ ਇਹਨਾਂ ਦਾ ਵੀ ਧੰਨਵਾਦ ਹੈ ਤੇ ਆਪ ਸਾਰਿਆਂ ਦਾ ਧੰਨਵਾਦ ਤੇ ਕੋਟ ਕੋਟ ਧੰਨਵਾਦ ਹੈ ਸਤਿਗੁਰੂ ਦਾਸ ਮਹਾਰਾਜ ਦਾ ਜਿਨ੍ਹਾਂ ਨੇ ਆਪਾਂ ਨੂੰ ਸਮਾਂ ਬਖਸ਼ਿਆ। ਤੇ ਜੇਕਰ ਅਸੀਂ ਸ਼ਬਦ ਵਿਚਾਰ ਕਰਦੇ ਹਾਂ ਕਿਧਰੇ ਕੋਈ ਸ਼ਬਦ ਉੱਚਾ ਨੀਵਾਂ ਕਿਹਾ ਹੀ ਜਾਂਦਾ ਚੜ੍ਹਦੇ ਦੀ ਜ਼ਬਾਨ ਹੈ ਤੇ ਸਾਨੂੰ ਆਪ ਵੀ ਬਖਸ਼ਣਾ ਔਰ ਗੁਰੂ ਮਹਾਰਾਜ ਨੂੰ ਬਖਸ਼ਣ ਇਹਨਾਂ ਸ਼ਬਦਾਂ ਦੇ ਨਾਲ। ਫਿਰ ਇੱਕ ਵਾਰ ਸਾਰਿਆਂ ਦਾ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ, ਬੋਲੇ ਸੋਦਰ ਹੈ ਸੋ ਸਮੂਹ ਸਾਧ ਸੰਗਤ ਦਾ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਗੁਰੂ ਘਰ ਵਿੱਚ ਪਹੁੰਚੇ ਬਹੁਤ ਬਹੁਤ ਧੰਨਵਾਦ।